असंख मूर्ख अंधकोर। अनगिणत इस प्रकार के मूर्ख ने ਜਿਹੜੇ ਭਿਆਨਕ ਕੁੱਪ ਹਨੇਰੇ ਵਿੱਚ ਹੀ ਪਏ ਰਹਿੰਦੇ ਨੇ। ਇੱਕ ਮਹਾਕਵੀ ਕਾਲੀਦਾਸ ਹੋਇਆ ਔਰ ਉਹਦੇ ਬਾਰੇ ਵੀ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ। ਕਹਿੰਦੇ ਇਹ ਵੀ ਪਹਿਲਾਂ ਇੱਕ ਬਿਲਕੁਲ ਉਹ ਜੱਡ ਆਦਮੀ ਸੀ ਔਰ ਕਹਿੰਦੇ ਨੇ ਇਹ ਜਿਹੜਾ ਕਾਲੀਦਾਸ ਸੀ ਇੱਕ ਦਿਨ ਬਾਹਰ ਲੱਕੜਾਂ ਲੈਣ ਵਾਸਤੇ ਗਿਆ। ਇਹਨੂੰ ਸੁੱਕੀਆਂ ਲੱਕੜਾਂ ਤੇ ਮਿਲੀਆਂ ਨਾ। एक दरख्त सी सुक्का, उस दरख्त ते चढ़ के वो लकड़ां कट्टण लग्या। जिस दरख्त की टाहनी ते बैठा सी उसे नूं वड्ढी जा रहा सी। ਇਹ कोई चंगा विद्वान पंडित सियाणा बंदा कोल दी लंघिया और ਉਹਨੂੰ ਕਹਿਣ ਲੱਗਿਆ ਭਲਿਆ ਲੋਕਾ ਤੂੰ ਡਿੱਗਣਾ। ਉਹ ਕਹਿੰਦਾ मैं ਕਿਵੇਂ ਡਿੱਗ ਪਊਂਗਾ। ਕਹਿਣ ਲੱਗਾ ਤੂੰ ਜਿਹੜੀ ਟਾਹਣੀ ਤੇ ਬੈਠਾ ਉਸੇ ਨੂੰ ਕੱਟੀ ਜਾਣਾ। ਉਹ ਕਹਿੰਦਾ ਠੀਕ ਹੈ ਮੈਂ ਕੱਟ ਰਿਹਾ। ਉਹ ਕਹਿੰਦਾ ਚੱਲ ਤੇਰੀ ਮਰਜ਼ੀ। ਉਹ ਟਾਹਣੀ ਨੂੰ ਕੱਟਦਾ ਰਿਹਾ ਤੇ ਜਦੋਂ ਕੱਟੀ ਗਈ ਉਹਨੇ ਡਿੱਗਣਾ ਤਾਂ ਹੈ ਹੀ ਸੀ, ਡਿੱਗ ਪਿਆ ਥੱਲੇ। ਤੇ ਉਹਨੇ ਜਾ ਕੇ ਫਿਰ ਉਸ ਪੰਡਤ ਦੇ ਗਲ ਦੇ ਵਿੱਚ ਸਾਫਾ ਪਾ ਲਿਆ। ਉਹਨੂੰ ਕਹਿੰਦਾ ਤੂੰ ਮੈਨੂੰ ਸਿੱਟਿਆ। ਮੂਰਖਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨਾ। ਉਹ ਕਹਿੰਦਾ ਭਲਿਆ ਲੋਕਾ ਮੈਂ ਤੇ ਤੈਨੂੰ ਸਗੋਂ ਦੱਸਿਆ ਸੀ ਪਰ ਤੂੰ ਮੇਰੀ ਗੱਲ ਨਹੀਂ ਮੰਨੀ। ਉਹ ਕਹਿੰਦਾ ਨਹੀਂ ਸਿੱਟਿਆ ਹੀ ਤੂੰ ਹੈ, ਮੈਂ ਡਿੱਗਣਾ ਨਹੀਂ ਸੀ, ਤੂੰ ਕਿਹਾ ਸੀ ਡਿੱਗੇਗਾ, ਤੂੰ ਸਿੱਟਿਆ ਮੈਨੂੰ। ਇਹੋ ਜਿਹੇ ਮੂਰਖ ਲੋਕ ਹੁੰਦੇ ਨੇ। ਔਰ ਉਹ ਪੰਡਿਤ ਨੇ ਸੋਚਿਆ ਵੀ ਹੁਣ ਮੂਰਖ ਦੇ ਨਾਲ ਵਾਹ ਤੇ ਪੈ ਗਿਆ ਤੇ ਹੁਣ ਇਹ ਤੋਂ ਖਹਿੜਾ ਕਿਵੇਂ ਛੁਡਾਈਏ। ਉਹ ਹੁਣ ਖਹਿੜਾ ਨਾ ਛੱਡੇ। ਮੂਰਖ ਆਦਮੀ ਛੇਤੀ ਪਿੱਛਾ ਨਹੀਂ ਛੱਡਦਾ। ਆਖੀਰ ਪੰਡਿਤ ਨੇ ਉਹਦੀਆਂ ਮਿੰਨਤਾਂ ਕੀਤੀਆਂ। ਕਹਿਣ ਲੱਗਾ ਤੂੰ ਕਿਸੇ ਤਰ੍ਹਾਂ ਮੇਰਾ ਖਹਿੜਾ ਵੀ ਛੱਡੇਗਾ। ਉਹ ਕਹਿੰਦਾ ਹਾਂ ਇੱਕ ਸ਼ਰਤ ਹੈ। ਹੁਣ ਕਮਲੇ ਦਾ ਵਿਆਹ ਨਹੀਂ ਸੀ ਹੁੰਦਾ। ਉਹ ਕਹਿੰਦਾ ਮੇਰਾ ਵਿਆਹ ਕਰ ਦੇ ਫਿਰ ਤੇਰਾ ਖਹਿੜਾ ਛੁੱਟ ਸਕਦਾ। ਮੂਰਖ ਬੰਦਿਆਂ ਦੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ। ਉਹ ਜਿਹੜਾ ਪੰਡਤ ਸੀ ਵਿਦਵਾਨ ਪੰਡਤ ਉਹਦੀ ਲੜਕੀ ਉਹ ਵੀ ਕੁਛ ਇਹੋ ਜਿਹੀ ਸੀ। ਉਹ ਪਿਤਾ ਦੇ ਆਖੇ ਨਹੀਂ ਸੀ ਲੱਗਦੀ। ਉਹਨੇ ਆਖਿਆ ਚਲੋ ਉਹ ਵੀ ਕਮਲੀ ਹੈ ਤੇ ਕਮਲੇ ਨਾਲ ਹੀ ਇਹਦਾ ਵਿਆਹ ਕਰ ਦਿੰਦੇ। ਚਲੋ ਉਹਨੇ ਆਪਣੇ ਮਨ ਵਿੱਚ ਸੋਚ ਲਿਆ। ਪਰ ਉਹ ਪੰਡਤ ਦੀ ਲੜਕੀ ਹੈ ਪੜ੍ਹੀ ਲਿਖੀ ਸੀ। ਕਈ ਪੜ੍ਹੇ ਲਿਖੇ ਵੀ ਮੂਰਖ ਹੁੰਦੇ ਨੇ ਜਿਨ੍ਹਾਂ ਦੇ ਬਾਬਤ ਬਾਣੀ ਵਿੱਚ ਲਿਖਿਆ ਹੋਇਆ ਪੜ੍ਹਿਆ ਮੂਰਖ ਆਖੀਏ ਜਿਤ ਲੱਭ ਲੋਭ ਹੰਕਾਰ। ਹੁਣ ਉਹ ਪੜ੍ਹੀ ਲਿਖੀ ਮੂਰਖ ਸੀ, ਇਹ ਅਨਪੜ੍ਹ ਮੂਰਖ ਸੀ। ਜਦੋਂ ਇਹਨਾਂ ਦੋਹਾਂ ਦਾ ਵਿਆਹ ਹੋ ਗਿਆ ਔਰ ਕੁਝ ਸਮਾਂ ਆਪਸ ਵਿੱਚ ਇਹਨਾਂ ਨੇ ਚਲੋ ਬਤੀਤ ਕੀਤਾ, ਫਿਰ ਇਹਨਾਂ ਦੀ ਆਪਸ ਵਿੱਚ ਖਿਆਲ ਨਾ ਰਲੇ। ਇੱਕ ਦਿਨ ਜਿਹੜੀ ਇਹ ਪੰਡਤ ਦੀ ਲੜਕੀ ਸੀ ਉਹਦਾ ਨਾਂ ਸੀ ਵਿਦਿਆ ਦੇਵੀ। ਉਹਨੇ ਸੋਚਿਆ ਵੀ ਇਸ ਮੂਰਖ ਦੇ ਨਾਲੋਂ ਤੇ ਖਹਿੜਾ ਛੁਡਾਉਣਾ ਹੀ ਚੰਗਾ ਰਹੇਗਾ। ਔਰ ਉਹਦਾ ਘਰ ਬਿਲਕੁਲ ਦੇਵੀ ਦੇ ਮੰਦਿਰ ਦੇ ਨੇੜੇ ਸੀ। ਤੇ ਇਹਨੇ ਕੀ ਕੀਤਾ ਆਪਣੇ ਪਤੀ ਨੂੰ ਉੱਪਰੋਂ ਧੱਕਾ ਦਿੱਤਾ ਚੁਬਾਰੇ ਤੋਂ, ਉਹਨੂੰ ਹੇਠਾਂ ਮੰਦਿਰ ਦੇ ਵਿੱਚ ਸੁੱਟ ਦਿੱਤਾ। ਹੁਣ ਦੇਵੀ ਦਾ ਮੰਦਿਰ ਸੀ, ਜਦੋਂ ਹੇਠਾਂ ਡਿੱਗਿਆ ਖੂਨ ਡੁੱਲਿਆ ਤੇ ਦੇਵੀ ਕਹਿੰਦੇ ਖੁਸ਼ ਹੋ ਗਈ। ਉਹ ਹੁਣ ਬਲੀ ਲੈ ਕੇ ਖੁਸ਼ ਹੁੰਦੀ ਸੀ। ਉਹ ਕਾਲੀਦਾਸ ਨੂੰ ਕਹਿਣ ਲੱਗੀ ਬਈ ਬਰੰਗ ਬਰੂਹ ਬਈ ਵਾਰ ਮੰਗ। ਉਹ ਕਾਲੀਦਾਸ ਉਹ ਡਰਦਾ ਮਾਰਾ ਹੁਣ ਉਹ ਘਰ ਵਾਲੀ ਦਾ ਨਾਮ ਕਵੇ ਵਿਦਿਆ ਦੇਵੀ ਮੈਨੂੰ ਵਿਦਿਆ ਦੇਵੀ ਨੇ ਸਿੱਟਿਆ ਥੱਲੇ। ਦੇਵੀ ਨੇ ਸੋਚਿਆ ਵੀ ਇਹ ਵਿਦਿਆ ਮੰਗਦਾ ਤੇ ਉਸਨੇ ਆਖਿਆ ਤਥਾਸਤੂ, ਜੋ ਤੂੰ ਮੰਗਦਾ ਉਹੀ ਹੋਵੇਗਾ। ਤੇ ਫਿਰ ਉਹ ਕਾਲੀਦਾਸ ਇੱਕ ਹਿੰਦੁਸਤਾਨ ਦਾ ਬਹੁਤ ਪ੍ਰਸਿੱਧ ਕਵੀ ਹੋਇਆ। ਚਲੋ ਉਹਨੂੰ ਵਰਦਾਨ ਮਿਲਿਆ ਚਾਹੇ ਕਿਵੇਂ ਹੋਇਆ। ਕਹਿਣ ਤੋਂ ਭਾਵ ਇਹ ਅਸੰਖ ਮੂਰਖ ਅੰਧਕੂਰ ਇਹੋ ਜਿਹੇ ਬੇਅੰਤ ਲੋਕ ਨੇ। ਕਈ ਇਹੋ ਜਿਹੇ ਵੀ ਨੇ। ਉਹ ਕੋਈ ਪੱਠੇ ਲੈਣ ਵਾਸਤੇ ਗਿਆ ਔਰ ਉਹਦੇ ਕੋਲੇ ਆਪਣੇ ਕਈ ਪੱਠਿਆਂ ਵਾਸਤੇ ਜਾਂ ਖੋਤੀਆਂ ਜਾਂ ਗਧੀਆਂ ਰੱਖ ਲੈਂਦੇ ਨੇ। ਉਹਨੇ ਆਪਣੇ ਕੋਲ ਰੱਖੀ ਸੀ। ਕਹਿੰਦਾ ਵੀ ਚਲੋ ਮੈਂ ਇਸ ਤੇ ਬੈਠ ਕੇ ਜਾਵਾਂਗਾ। ਉਸ ਤੋਂ ਬਾਅਦ ਉਹਨੇ ਉੱਥੇ ਪੱਠਿਆਂ ਦੀ ਪੰਡ ਵੱਢ ਲਈ ਤੇ ਉਹਨੇ ਸੋਚਿਆ ਵੀ ਜੇ ਹੁਣ ਮੈਂ ਇਹਦੇ ਉੱਤੇ ਪੰਡ ਰੱਖੀ ਇਹਦੇ ਉੱਤੇ ਬੈਠਾ ਤੇ ਇਹਦੇ ਉੱਤੇ ਭਾਰ ਜ਼ਿਆਦਾ ਨਾ ਆ ਜਾਵੇ। ਉਹਨੇ ਪੰਡ ਆਪਣੇ ਸਿਰ ਤੇ ਰੱਖ ਲਈ ਤੇ ਆਪ ਉਹਦੇ ਉੱਤੇ ਅਸਵਾਰ ਹੋ ਗਿਆ। ਭਾਰ ਤਾਂ ਫਿਰ ਵੀ ਉਹਦੇ ਉੱਤੇ ਆਉਣਾ ਹੀ ਸੀ ਪਰ ਉਹ ਸਮਝ ਉਹੋ ਜਿਹੀ ਸੀ, ਮੂਰਖ ਸੀ। ਔਰ ਉਹ ਤੁਰਿਆ ਜਾਵੇ। ਉਹ ਕਹਿੰਦੇ ਤੂੰ ਸਿਰ ਤੇ ਪੰਡ ਚੁੱਕੀ ਹੈ ਤੇ ਆਪ ਉੱਤੇ ਬੈਠਾ ਜਾਣਾ, ਪੰਡ ਰੱਖ ਕੇ ਉੱਤੇ ਬਹਿੰਦਾ। ਕਹਿੰਦਾ ਮੈਂ ਕਿਹਾ ਕਿਤੇ ਇਹਦੇ ਤੇ ਭਾਰ ਹੀ ਨਾ ਆ ਜਾਵੇ। ਇਹੋ ਜਿਹੇ ਮੂਰਖ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਅਸੰਖ ਮੂਰਖ ਅੰਧਕੋਰ।
पर हुण कई वारी कई गल्लां दे विचों चंगी सिक्ख्या भी मिलदी है। ਇਹ कोई निहंग सिंह सी, ਉਹਨੇ चलो बहुत वधिया वैसे चलो सिक्ख्यादायक गल्लां भी दसियां। ਉਹਨੂੰ ਕਿਸੇ ने ਕਿਹਾ, ਕਹਿੰਦਾ ਵੀ ਨਿਹੰਗ ਤਾਂ ਕਮਲੇ ਹੁੰਦੇ ਆ। ਉਹ ਬੜਾ ਹੱਸਿਆ। ਉਹ ਕਹਿੰਦੇ ਤੈਨੂੰ ਇਹਨੇ ਕਮਲਾ ਕਿਹਾ ਤੇ ਤੂੰ ਹੱਸੀ ਜਾਂਦਾ। ਕਹਿੰਦਾ ਇਹਨੂੰ ਕਮਲੇ ਦੇ ਅਰਥ ਦਾ ਨਹੀਂ ਪਤਾ। ਕਮਲੇ ਦਾ ਮਤਲਬ ਉਹ ਹੁੰਦਾ ਜਿਹੜਾ ਕੰਮ ਲੱਗਿਆ ਰਵੇ, ਉਹ ਕਮਲਾ ਹੁੰਦਾ। ਸਿੱਖਿਆ ਲੈਣੀ ਸੀ ਨਾ। ਫਿਰ ਉਹ ਕਹਿਣ ਲੱਗਾ, ਕਹਿੰਦਾ ਨਹੀਂ ਨਿਹੰਗ ਤਾਂ ਮੂਰਖ ਹੁੰਦੇ ਆ। ਉਹ ਹੋਰ ਹੱਸ ਪਿਆ, ਕਹਿੰਦਾ ਤੂੰ ਤੇ ਹੋਰ ਵੀ ਮੈਨੂੰ ਉੱਚੀ ਗੱਲ ਕਹਿ ਦਿੱਤੀ। ਉਹ ਕਹਿੰਦੇ ਮੂਰਖ ਦਾ ਅਰਥ ਪਤਾ ਕੀ ਹੈ? ਮੂੰਹ ਰੱਖ, ਜਿਹੜਾ ਮੂੰਹ ਨੂੰ ਰੱਖੇ, ਜਿਹਦਾ ਮੂੰਹ ਤੇ ਕੰਟਰੋਲ ਹੋ ਗਿਆ, ਖਾਣ ਦਾ ਸੰਜਮ, ਬੋਲਣ ਦਾ ਸੰਜਮ, ਉਹ ਮੂਰਖ ਹੈ। ਉਹ ਕਹਿੰਦਾ ਨਿਹੰਗ ਤਾਂ ਪਾਗਲ ਹੁੰਦੇ। ਉਹ ਹੋਰ ਹੱਸਿਆ, ਕਹਿਣ ਲੱਗਾ ਪਾਗਲ ਦਾ ਮਤਲਬ ਹੁੰਦਾ ਪਾਗਲ, ਜਿਹਨੇ ਗੱਲ ਦਾ ਭੇਤ ਪਾ ਲਿਆ, ਅਸਲੀ ਗੱਲ ਸਮਝ ਗਿਆ ਜਿਹੜਾ, ਉਹ ਪਾਗਲ ਹੁੰਦਾ। ਫਿਰ ਉਹ ਅਖੀਰ ਤੇ ਫਿਰ ਨਾ ਹਟਿਆ, ਕਹਿੰਦਾ ਨਹੀਂ ਨਿਹੰਗ ਤਾਂ ਸ਼ੁਦਾਈ ਹੁੰਦੇ ਨੇ। ਉਹ ਕਹਿੰਦਾ ਸ਼ੁਦਾਈ ਦਾ ਮਤਲਬ ਜਿਹੜਾ 100 ਦਾ ਜਾਣਦਾ ਹੋਵੇ ਆਪਣੇ ਬਚਣ ਦੇ ਲਈ, ਉਹ ਸ਼ੁਦਾਈ ਹੁੰਦੇ। ਗੱਲ ਤਾਂ ਉਹੀ ਹੁੰਦੀ ਹੈ, ਇੱਕੋ ਸ਼ਬਦ ਜਦੋਂ ਆਪਾਂ ਕਹਿ ਦਈਏ ਤੇ ਉਹਦੇ ਨਾਲ ਗੁੱਸਾ ਵੀ ਆਉਂਦਾ, ਲੜਾਈ ਝਗੜਾ ਵੀ ਹੋ ਜਾਂਦਾ ਹੈ। ਪਰ ਜੇ ਆਪਣੇ ਮਨ ਨੂੰ ਸਮਝਾਉਣਾ ਹੈ ਤੇ ਫਿਰ ਇਹ ਸਿੱਖਿਆ ਵੀ ਸਾਨੂੰ ਕਈ ਵਾਰੀ ਕੰਮ ਦੇ ਜਾਂਦੀ। ਅਸੰਖ ਮੂਰਖ ਅੰਧਕੋਰ, ਹਜ਼ੂਰ ਕਹਿੰਦੇ ਨੇ ਅਣਗਿਣਤ ਇਹੋ ਜਿਹੇ ਮੂਰਖ ਨੇ, ਅੰਧਕੋਰ ਜਿਹੜੇ ਭਿਆਨਕ ਅਗਿਆਨਤਾ ਦੇ, ਅਨਪੜ੍ਹ ਦੇ, ਜਹਾਲਤ ਦੇ ਹਨੇਰੇ ਵਿੱਚ ਹੀ ਪਏ ਰਹਿੰਦੇ ਹਨ। ਅਸੰਖ ਚੋਰ ਹਰਾਮ ਖੋਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਤਮੋਗੁਣੀ ਸ੍ਰਿਸ਼ਟੀ ਦਾ ਨਿਰਣਾ ਹੋ ਰਿਹਾ ਵੀ ਤਮੋਗੁਣ ਸ੍ਰਿਸ਼ਟੀ ਵਿੱਚ ਜਿੰਨੇ ਮਾੜੇ ਕੰਮ ਕਰਨ ਵਾਲੇ ਨੇ ਨਾ, ਉਹ ਸਾਰੇ ਇਹਦੇ ਵਿੱਚ ਹੀ ਆਉਂਦੇ ਨੇ। ਹਜ਼ੂਰ ਕਹਿੰਦੇ ਨੇ ਅਸੰਖ ਚੋਰ, ਅਣਗਿਣਤ ਚੋਰ ਲੋਕ ਨੇ ਜਿਨ੍ਹਾਂ ਦਾ ਕੰਮ ਹੀ ਚੋਰੀ ਕਰਨੀ ਹੈ, ਕਿਰਤ ਕੋਈ ਕਰਨੀ ਨਹੀਂ ਤੇ ਚੋਰੀਆਂ ਕਰਨੀਆਂ ਨੇ, ਚੋਰੀਆਂ ਕਰ ਕਰਕੇ ਆਪਣਾ ਨਿਰਵਾਹ ਕਰਨਾ। ਇਹੋ ਜਿਹੇ ਵੀ ਲੋਕ ਨੇ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਐਸੇ ਲੋਕਾਂ ਦਾ ਵੀ ਉਧਾਰ ਕੀਤਾ। ਜਿਵੇਂ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ ਵੀ ਜਿਹੜਾ ਭੂਮੀਆ ਚੋਰ, ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲੇ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਚੋਰ ਹਾਂ। ਸਤਿਗੁਰੂ ਕਹਿਣ ਲੱਗੇ ਭਾਈ ਜੇ ਤੂੰ ਸਿੱਖ ਬਣਨਾ ਤੈਨੂੰ ਚੋਰੀ ਛੱਡਣੀ ਪਵੇਗੀ। ਕਹਿੰਦਾ ਮਹਾਰਾਜ ਇਹ ਤੇ ਮੇਰੇ ਹੱਡਾਂ ਵਿੱਚ ਰਚ ਗਈ, ਇਹ ਤਾਂ ਛੱਡਣੀ ਔਖੀ ਹੈ। ਸਤਿਗੁਰੂ ਕਹਿਣ ਲੱਗੇ ਅੱਛਾ ਜੇ ਤੂੰ ਚੋਰੀ ਨਹੀਂ ਛੱਡ ਸਕਦਾ ਸਾਡੇ 3 ਬਚਨ ਯਾਦ ਰੱਖੀ। ਕਹਿੰਦਾ ਮਹਾਰਾਜ ਦੱਸੋ। ਸਤਿਗੁਰੂ ਕਹਿਣ ਲੱਗੇ ਇੱਕ ਤਾਂ ਕਦੇ ਗਰੀਬ ਮਾਰ ਨਾ ਕਰੀ। ਕਹਿੰਦਾ ਮਹਾਰਾਜ ਠੀਕ ਹੈ। ਦੂਸਰਾ ਸਤਿਗੁਰੂ ਕਹਿਣ ਲੱਗੇ ਕਦੇ ਝੂਠ ਨਾ ਬੋਲੀ। 7 ਬਚਨ ਜੀ। ਤੀਜੀ ਗੱਲ ਕਹਿ ਦਿੱਤੀ ਬਈ ਤੂੰ ਨਮਕ ਹਰਾਮ ਨਹੀਂ ਕਰਨਾ। ਇਹ 3 ਗੱਲਾਂ ਗੁਰੂ ਮਹਾਰਾਜ ਨੇ ਇਹਨੂੰ ਆਖੀਆਂ ਬਈ ਇੱਕ ਝੂਠ ਨਹੀਂ ਬੋਲਣਾ, ਗਰੀਬ ਮਾਰ ਨਹੀਂ ਕਰਨੀ ਤੇ ਨਮਕ ਹਰਾਮ ਨਹੀਂ ਕਰਨਾ। ਕਹਿੰਦੇ ਸਾਡੇ 3 ਬਚਨ ਯਾਦ ਰੱਖ ਲਵੀਂ। ਕਹਿੰਦਾ ਠੀਕ ਹੈ। ਹੁਣ ਹੈ ਤੇ ਚੋਰ ਸੀ ਪਰ ਹੁਣ ਗੁਰੂ ਦਾ ਸਿੱਖ ਬਣ ਗਿਆ। ਗੁਰੂ ਦੇ ਬਚਨ ਇਸ ਨੇ ਕਮਾਉਣੇ ਸ਼ੁਰੂ ਕਰ ਦਿੱਤੇ। ਕੋਈ ਗਰੀਬ ਆਦਮੀ ਇਹਦੇ ਕੋਲ ਆਇਆ ਤੇ ਉਸਨੇ ਆ ਕੇ ਵਾਸਤਾ ਪਾਇਆ, ਕਹਿਣ ਲੱਗਾ ਵੀ ਮੈਂ ਆਪਣੀ ਲੜਕੀ ਦਾ ਵਿਆਹ ਕਰਨਾ ਹੈ, ਮੇਰੇ ਪਾਸ ਇੰਨੀ ਮਾਇਆ ਨਹੀਂ ਕਿ ਮੈਂ ਆਪਣੀ ਲੜਕੀ ਨੂੰ ਘਰੋਂ ਤੋਰ ਦੇਵਾਂ। ਮੈਂ ਸੁਣਿਆ ਤੂੰ ਗੁਰੂ ਦਾ ਸਿੱਖ ਹੈ, ਤੂੰ ਮੇਰੀ ਇਹਦੇ ਵਾਸਤੇ ਕੋਈ ਮਦਦ ਕਰ। ਭੂਮੀਏ ਚੋਰ ਨੇ ਸੋਚਿਆ ਵੀ ਹੈ ਤਾਂ ਮੇਰੇ ਕੋਲ ਵੀ ਕੁਛ ਨਹੀਂ, ਕਿਉਂਕਿ ਹੁਣ ਚੋਰੀ ਦਾ ਛੱਡ ਬੈਠਾ ਸੀ। ਉਹਦੇ ਮਨ ਵਿੱਚ ਖਿਆਲ ਆਇਆ ਵੀ ਗੁਰੂ ਮਹਾਰਾਜ ਨੇ ਇਹ ਵੀ ਆਖਿਆ ਵੀ ਗਰੀਬ ਦੀ ਮਦਦ ਕਰਨੀ ਚਾਹੀਦੀ ਹੈ, ਗਰੀਬ ਮਾਰ ਨਹੀਂ ਕਰਨੀ ਚਾਹੀਦੀ, ਮੈਨੂੰ ਹੁਣ ਇਹਦੀ ਮਦਦ ਵੀ ਕਰਨੀ ਚਾਹੀਦੀ ਹੈ। ਫਿਰ ਮਨ ਵਿੱਚ ਸੋਚਿਆ ਵੀ ਗੁਰੂ ਮਹਾਰਾਜ ਨੇ ਇਹ ਗੱਲ ਆਖੀ ਸੀ ਗਰੀਬ ਮਾਰ ਨਹੀਂ ਕਰਨੀ। ਚਲੋ ਆਪਾਂ ਕਿਸੇ ਗਰੀਬ ਦੇ ਘਰ ਨਹੀਂ ਇਹ ਕੰਮ ਕਰਦੇ, ਕੋਈ ਚਲੋ ਕਿਸੇ ਚੰਗੇ ਤਕੜੇ ਬੰਦੇ ਦੇ ਘਰ ਚੋਰੀ ਕਰਦੇ ਹਾਂ, ਹੈ ਗਰੀਬ ਵਾਸਤੇ ਉਹਨੇ ਕੀਤੀ। ਕੋਈ ਰਾਜਾ ਸੀ, ਉਹਨੇ ਸੋਚਿਆ ਵੀ ਹੁਣ ਰਾਜਿਆਂ ਦੇ ਕੋਲੇ ਤਾਂ ਕਿਸੇ ਗੱਲ ਦੀ ਕੋਈ ਕਮੀ ਨਹੀਂ ਹੁੰਦੀ। ਉਹਨੇ ਅਖੀਰ ਰਾਜੇ ਦੇ ਘਰ ਨੂੰ ਜਾ ਕੇ ਸੰਨ ਲਾਈ ਤੇ ਜਿੱਥੇ ਉਹ ਰਾਜੇ ਦੀਆਂ ਰਾਣੀਆਂ ਸਨ ਉਸ ਮਹਿਲਾਂ ਵਿੱਚ ਚਲਿਆ ਗਿਆ
ਤੇ ਉਹਨਾਂ ਰਾਣੀਆਂ ਦੇ ਜਿੰਨੇ ਕੀਮਤੀ ਕੱਪੜੇ ਸਨ, ਜੀਵਰਾਤ ਸਨ, ਉਹ ਸਾਰੇ ਉਸਨੇ ਇਕੱਠੇ ਕਰ ਲਏ। ਹੁਣ ਰਾਣੀਆਂ ਵੀ ਸੁੱਤੀਆਂ ਪਈਆਂ, ਰਾਜਾ ਵੀ ਤੇ ਨੌਕਰ ਵੀ ਸਾਰੇ ਸੁੱਤੇ ਪਏ ਨੇ। ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ, ਕਿਉਂਕਿ ਚੋਰ ਆਪਣੇ ਕੰਮ ਦੇ ਵਿੱਚ ਬਹੁਤ ਮਾਹਰ ਹੁੰਦੇ ਨੇ। ਤੇ ਹੁਣ ਜਦੋਂ ਉਸਨੇ ਸਾਰਾ ਸਮਾਨ ਇਕੱਠਾ ਕੀਤਾ ਤੇ ਉਹਦੇ ਮਨ ਦੇ ਵਿੱਚ ਖਿਆਲ ਆਇਆ, ਥੋੜੀ ਜਿਹੀ ਭੁੱਖ ਜੀ ਮਹਿਸੂਸ ਹੋਈ। ਕਹਿੰਦਾ ਵੀ ਜੇ ਇੱਥੇ ਕੁਛ ਹੋਵੇ ਤਾਂ ਖਾ ਹੀ ਲਈਏ। ਉੱਥੇ ਹੋਰ ਤਾਂ ਕੁਛ ਨਾ ਮਿਲਿਆ, ਉੱਥੇ ਚੂਰਨ ਦੀ ਸ਼ੀਸ਼ੀ ਪਈ ਸੀ। ਉਹਨੇ ਚੂਰਨ ਲੈ ਕੇ ਮੂੰਹ ਦੇ ਵਿੱਚ ਪਾ ਲਿਆ। ਜਦੋਂ ਚੂਰਨ ਮੂੰਹ ਦੇ ਵਿੱਚ ਪਾਇਆ, ਉਹਦੇ ਵਿੱਚ ਲੂਣ ਤਾਂ ਪਾਇਆ ਹੀ ਹੁੰਦਾ। ਹੁਣ ਗੁਰੂ ਦੇ ਬਚਨ ਯਾਦ ਆ ਗਏ। ਕਹਿੰਦੇ ਵੀ ਗੁਰੂ ਮਹਾਰਾਜ ਨੇ ਆਖਿਆ ਸੀ ਵੀ ਨਿਮਕ ਹਰਾਮ ਨਹੀਂ ਕਰਨਾ, ਵੀ ਮੈਂ ਤੇ ਹੁਣ ਇਹਨਾਂ ਦਾ ਨਿਮਕ ਖਾ ਲਿਆ ਤੇ ਹੁਣ ਮੈਂ ਇਹਨਾਂ ਦੇ ਘਰੋਂ ਚੋਰੀ ਕਿਉਂ ਕਰਾਂ, ਇਸ ਲਈ ਮੈਨੂੰ ਚੋਰੀ ਨਹੀਂ ਕਰਨੀ ਚਾਹੀਦੀ। ਸਾਰਾ ਸਮਾਨ ਉੱਥੇ ਤਿਆਰ ਕੀਤਾ, ਬੰਨਿਆ ਬਣਾਇਆ ਛੱਡ ਕੇ ਖਾਲੀ ਹੱਥ ਵਾਪਸ ਮੁੜ ਆਇਆ। ਜਦੋਂ ਸਵੇਰ ਦਾ ਵਕਤ ਹੋਇਆ ਤੇ ਰਾਜੇ ਨੂੰ ਪਤਾ ਲੱਗਿਆ ਵੀ ਕੋਈ ਚੋਰ ਸਾਡੇ ਮਹਿਲਾਂ ਵਿੱਚ ਆ ਗਿਆ, ਪਰ ਉਸਨੇ ਚੋਰੀ ਤਾਂ ਕੋਈ ਕੀਤੀ ਨਹੀਂ, ਪਰ ਉਹ ਸਾਰਾ ਸਮਾਨ ਬੰਨ੍ਹ ਕੇ ਉਸੇ ਤਰ੍ਹਾਂ ਹੀ ਛੱਡ ਕੇ ਚਲਿਆ ਗਿਆ। ਰਾਜੇ ਨੇ ਸੋਚਿਆ ਵੀ ਇਹ ਤੇ ਗੱਲ ਮਾੜੀ ਹੈ, ਜੇ ਰਾਜਿਆਂ ਦੇ ਘਰੇ ਚੋਰੀ ਹੋਣ ਲੱਗ ਪਵੇ ਤੇ ਫਿਰ ਆਮ ਪ੍ਰਜਾ ਦਾ ਕੀ ਬਣੇਗਾ। ਰਾਜੇ ਨੇ ਸੋਚਿਆ, ਕਹਿਣ ਲੱਗਾ ਵੀ ਮੈਂ ਤੇ ਚੋਰ ਨੂੰ ਫੜਨਾ। ਹੁਣ ਤੁਹਾਨੂੰ ਪਤਾ ਹੀ ਆ ਵੀ ਰਾਜਿਆਂ ਦਾ ਕਿਹੋ ਜਿਹਾ ਮੂਡ ਹੁੰਦਾ। ਉਸਨੇ ਵਜ਼ੀਰਾਂ ਨੂੰ ਆਖਿਆ ਬਈ ਤੁਸੀਂ ਚੋਰ ਲੱਭੋ। ਉਹਨਾਂ ਨੇ ਕੀ ਕੀਤਾ, ਜਿੰਨੇ ਵਿਚਾਰੇ ਗਰੀਬ ਲੋਕ ਸਨ ਜਿਹਦੇ ਤੇ ਮਾੜੀ ਜੀ ਸ਼ੱਕ ਪਈ ਜਾਂ ਉੱਥੇ ਕੋਲ ਦੀ ਲੰਘਦਾ ਦੇਖ ਲਿਆ ਤੇ ਉਹਨੂੰ ਫੜ ਕੇ ਢਾ ਲਿਆ। ਕੁੱਟਮਾਰ ਸ਼ੁਰੂ ਹੋ ਗਈ। ਹੁਣ ਉਧਰ ਭੂਮੀਆਂ ਚੋਰ ਗੁਰੂ ਦਾ ਸਿੱਖ ਬਣਿਆ ਹੋਇਆ ਸੀ। ਉਹ ਸੋਚਣ ਲੱਗਾ ਵੀ ਚੋਰੀ ਤਾਂ ਕੀਤੀ ਕੋਈ ਨਹੀਂ, ਤੇ ਬਾਕੀ ਚਲੋ ਮੈਂ ਹੀ ਰਾਜੇ ਦੇ ਮਹਿਲਾਂ ਵਿੱਚ ਗਿਆ ਸਾਂ, ਪਰ ਹੁਣ ਮੇਰੇ ਕਾਰਨ ਗਰੀਬ ਮਾਰ ਹੋਣ ਲੱਗ ਪਈ ਹੈ, ਹੋਰ ਗਰੀਬ ਕੁੱਟੀ ਦੇ ਹਨ, ਇਸ ਲਈ ਮੈਨੂੰ ਹੁਣ ਰਾਜੇ ਕੋਲ ਜਾ ਕੇ ਸੱਚ ਕਹਿ ਦੇਣਾ ਚਾਹੀਦਾ। ਤੋ ਬਿਨਾਂ ਕਿਸੇ ਡਰ ਖੌਫ ਤੋਂ ਸਿੱਧਾ ਜਿਹੜੇ ਰਾਜੇ ਦੇ ਵਜ਼ੀਰ ਸਨ ਉਹਨਾਂ ਕੋਲ ਚਲਿਆ ਗਿਆ ਤੇ ਉਹਨਾਂ ਨੂੰ ਕਹਿੰਦਾ ਤੁਹਾਡਾ ਰਾਜਾ ਕਿੱਥੇ ਹੈ। ਉਹ ਕਹਿੰਦੇ ਰਾਜੇ ਨਾਲ ਵੀ ਤੈਨੂੰ ਮਿਲਾ ਦਿੰਦੇ ਹਾਂ। ਜਦੋਂ ਰਾਜੇ ਦੇ ਸਾਹਮਣੇ ਗਿਆ ਤੇ ਰਾਜੇ ਨੇ ਪੁੱਛਿਆ ਵੀ ਦੱਸ ਤੂੰ ਕਿਵੇਂ ਆਇਆ। ਕਹਿੰਦਾ ਮੈਂ ਤੁਹਾਡਾ ਚੋਰ ਹਾਂ, ਤੁਸੀਂ ਮੈਨੂੰ ਫੜੋ, ਜਿਹੜੀ ਸਜ਼ਾ ਮੈਨੂੰ ਦੇਣੀ ਉਹ ਦਿਓ, ਪਰ ਤੁਸੀਂ ਗਰੀਬ ਮਾਰ ਕਿਉਂ ਕਰਦੇ ਹੋ। ਜਦੋਂ ਇੰਨੀ ਗੱਲ ਰਾਜੇ ਨੇ ਸੁਣੀ ਉਹ ਬੜਾ ਹੈਰਾਨ ਹੋਇਆ। ਕਹਿਣ ਲੱਗਾ ਕਦੇ ਚੋਰ ਆਦਮੀ ਆਪਦੇ ਮੂੰਹੋਂ ਕਦੇ ਆਖਦਾ ਨਹੀਂ ਮੈਂ ਚੋਰ ਹਾਂ, ਤੂੰ ਅਜੀਬ ਕਿਸਮ ਦਾ ਚੋਰ ਹੈ, ਤੂੰ ਆਪਣੇ ਆਪ ਹੀ ਕਹੀ ਜਾਂਦਾ ਮੈਂ ਚੋਰ ਹਾਂ। ਕਹਿਣ ਲੱਗਾ ਮੈਂ ਚੋਰ ਵੀ ਹਾਂ ਤੇ ਮੈਂ ਗੁਰੂ ਦਾ ਸਿੱਖ ਵੀ ਹਾਂ, ਮੈਂ ਆਪਣੇ ਅਸੂਲਾਂ ਦੇ ਉੱਤੇ ਖੜਾ। ਰਾਜਾ ਹੈਰਾਨ ਹੋ ਕੇ ਪੁੱਛਣ ਲੱਗਾ ਅੱਛਾ ਤੂੰ ਦੱਸ ਤੇਰਾ ਗੁਰੂ ਕੌਣ ਹੈ। ਕਹਿੰਦਾ ਮੇਰਾ ਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ। ਕਹਿਣ ਲੱਗਾ ਫਿਰ ਇਹ ਦੱਸ ਬਈ ਤੈਨੂੰ ਉਹਨੇ ਕੀ ਸਿੱਖਿਆ ਦਿੱਤੀ। ਕਹਿਣ ਲੱਗਾ ਮੈਨੂੰ ਮੇਰੇ ਸਤਿਗੁਰੂ ਨੇ ਸਿੱਖਿਆ ਦਿੱਤੀ ਵੀ ਚੋਰੀ ਛੱਡ। ਮੈਂ ਕਿਹਾ ਮੈਂ ਚੋਰੀ ਛੱਡ ਨਹੀਂ ਸਕਦਾ। ਤੇ ਉਸਨੇ ਫਿਰ ਇਹ 3 ਗੱਲਾਂ ਮੈਨੂੰ ਆਖੀਆਂ, 3 ਬਚਨ ਕੀਤੇ ਵੀ ਇੱਕ ਤਾਂ ਗਰੀਬ ਮਾਰ ਨਹੀਂ ਕਰਨੀ, ਕਦੇ ਝੂਠ ਨਹੀਂ ਬੋਲਣਾ ਤੇ ਨਿਮਕ ਹਰਾਮ ਨਹੀਂ ਕਰਨਾ। ਮੈਂ ਤੁਹਾਡੇ ਘਰੋਂ ਚੋਰੀ ਕਰ ਸਕਦਾ ਸੀ, ਪਰ ਮੈਂ ਨਿਮਕ ਹਰਾਮ ਕਰਨਾ ਯੋਗ ਨਹੀਂ ਸਮਝਿਆ। ਫਿਰ ਤੂੰ ਗਰੀਬ ਮਾਰ ਹੋਣ ਲੱਗੀ, ਉੱਥੇ ਆ ਕੇ ਮੇਰਾ ਕੰਮ ਸੀ ਸੱਚ ਬੋਲਣਾ, ਮੈਂ ਤੈਨੂੰ ਆ ਕੇ ਦੱਸ ਦਿੱਤਾ ਮੈਂ ਚੋਰ ਹਾਂ। ਇਹ ਗੱਲਾਂ ਸੁਣ ਕੇ ਰਾਜਾ ਬਹੁਤ ਪ੍ਰਭਾਵਿਤ ਹੋਇਆ। ਕਹਿਣ ਲੱਗਾ ਬਈ ਜੇ ਤੇਰਾ ਗੁਰੂ ਇਹੋ ਜਿਹਾ ਹੈ, ਇਹੋ ਜਿਹੇ ਚੰਗੇ ਅਸੂਲ ਤੈਨੂੰ ਸਮਝਾਉਣ ਵਾਲਾ ਹੈ, ਤੇ ਫਿਰ ਤੇ ਮੈਂ ਵੀ ਉਹਦਾ ਸਿੱਖ ਬਣਨ ਲਈ ਤਿਆਰ ਹਾਂ। ਆਖਿਰ ਉਹ ਰਾਜਾ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਇਆ। ਇਹਦੇ ਘਰ ਸੰਤਾਨ ਨਹੀਂ ਸੀ। ਇਸ ਨੇ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਕਿਰਪਾ ਕਰੋ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿਤੜੇ ਫਲਮਾਨ ਬਾਂਛੀਆ ਤਿਤੜੇ ਸਤਿਗੁਰ ਪਾਸ, ਤੇ ਕਿਰਪਾ ਕਰੋ ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਅੱਛਾ ਭਰੋਸਾ ਰੱਖ, ਤੇਰੇ ਤੇ ਗੁਰੂ ਦੀ ਮਿਹਰ ਹੋਵੇਗੀ, ਤੇਰੇ ਘਰ ਪੁੱਤਰ ਹੋਵੇਗਾ। ਔਰ ਕਹਿੰਦੇ ਨੇ ਕੁਝ ਸਮੇਂ ਤੋਂ ਬਾਅਦ ਰਾਜੇ ਦੇ ਘਰ ਲੜਕੀ ਨੇ ਜਨਮ ਲਿਆ। ਤੇ ਰਾਜੇ ਨੇ ਜਾ ਕੇ ਭੂਮੀਏ ਨੂੰ ਦੱਸਿਆ। ਭੂਮੀਏ ਨੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ
ਤੇ ਕਹਿਣ ਲੱਗਾ, ਕਹਿੰਦਾ ਮਹਾਰਾਜ ਰਾਜੇ ਦੇ ਘਰ ਲੜਕੀ ਨੇ ਜਨਮ ਲਿਆ। ਸਤਿਗੁਰੂ ਕਹਿਣ ਲੱਗੇ ਰਾਜੇ ਨੂੰ ਜਾ ਕੇ ਇਹ ਗੱਲ ਕਹਿ ਦਿਓ, ਚਾਹੇ ਲੜਕੀ ਨੇ ਹੀ ਜਨਮ ਲਿਆ ਹੈ ਪਰ ਉਹ ਕਿਸੇ ਨੂੰ ਇਹ ਨਾ ਦੱਸੇ ਵੀ ਮੇਰੇ ਘਰ ਲੜਕੀ ਨੇ ਜਨਮ ਲਿਆ ਹੈ, ਕਿਉਂਕਿ ਸਾਡੇ ਬਚਨ ਹੋਏ ਨੇ, ਸਾਧ ਬਚਨ ਅਟਲਦਾ। ਉਹ ਸਾਰਿਆਂ ਨੂੰ ਇਹੀ ਗੱਲ ਆਖੇ ਵੀ ਮੇਰੇ ਘਰੇ ਪੁੱਤਰ ਪੈਦਾ ਹੋਇਆ। ਚਲੋ ਰਾਜੇ ਨੇ ਸਤਿਗੁਰੂ ਦਾ ਬਚਨ ਮੰਨਿਆ, ਕੋਈ ਅਨਾੜੀ ਹੁੰਦਾ ਤੇ ਸ਼ਾਇਦ ਨਾ ਹੀ ਮੰਨਦਾ। ਔਰ ਉਸਨੇ ਆਪਣੀ ਲੜਕੀ ਨੂੰ ਲੜਕਾ ਸਮਝ ਕੇ ਉਹਦੀ ਪਾਲਣਾ ਪੋਸ਼ਣਾ ਆਰੰਭ ਕਰ ਦਿੱਤੀ। ਆਖਿਰ ਉਹ ਲੜਕੀ ਜਵਾਨ ਹੋ ਗਈ। ਹੁਣ ਕਿਸੇ ਨੂੰ ਤੇ ਪਤਾ ਨਹੀਂ ਸੀ ਇਸ ਰਾਜ ਦਾ। ਜਦੋਂ ਰਾਜੇ ਦੀ ਲੜਕੀ ਜਵਾਨ ਹੋ ਗਈ ਤੇ ਲੋਕਾਂ ਦੇ ਵਿੱਚ ਰਾਜਕੁਮਾਰ ਦੀ ਹੀ ਹਮੇਸ਼ਾ ਲਈ ਚਰਚਾ ਹੁੰਦੀ ਸੀ, ਔਰ ਕਿਸੇ ਰਾਜੇ ਵੱਲੋਂ ਉਹਦਾ ਰਿਸ਼ਤਾ ਵੀ ਆ ਗਿਆ। ਹੁਣ ਉਹਦਾ ਰਾਜੇ ਦੀ ਲੜਕੀ ਸੀ, ਇਧਰੋਂ ਇਹ ਰਾਜਕੁਮਾਰ ਸੀ। ਔਰ ਕਹਿੰਦੇ ਨੇ ਰਾਜੇ ਨੇ ਗੁਰੂ ਮਹਾਰਾਜ ਦੇ ਬਚਨਾਂ ਤੇ ਭਰੋਸਾ ਰੱਖਿਆ। ਜਦੋਂ ਬਰਾਤ ਚੜ੍ਹਨੀ ਸੀ, ਰਾਜੇ ਨੇ ਆਪਣੇ ਲੜਕੀ ਦੇ ਲੜਕਿਆਂ ਵਾਲੇ ਕੱਪੜੇ ਪਾ ਕੇ, ਰਾਜਕੁਮਾਰ ਵਾਲੇ ਕੱਪੜੇ ਪਾ ਕੇ ਉਸਨੂੰ ਲਾੜਾ ਬਣਾ ਕੇ ਜਦੋਂ ਵਿਆਹੁਣ ਵਾਸਤੇ ਤੁਰਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਸਤੇ ਵਿੱਚ ਕਿਸੇ ਥਾਂ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ। ਦੀਵਾਨ ਸਜਿਆ ਹੋਇਆ ਸੀ। ਹੁਣ ਰਾਜਾ ਵੀ ਧਰਮੀ ਸੀ ਤੇ ਰਾਜੇ ਨੇ ਸੋਚਿਆ ਵੀ ਚਲੋ ਜਾਂਦੇ ਜਾਂਦੇ ਮੱਥਾ ਹੀ ਟੇਕ ਲਈਏ। ਤੇ ਉਸਨੇ ਆਪਣੀ ਉਹ ਲੜਕੀ ਨੂੰ ਜੋ ਰਾਜਕੁਮਾਰ ਦੇ ਰੂਪ ਦੇ ਵਿੱਚ ਵਿਆਹ ਕਰਾਉਣ ਵਾਸਤੇ ਜਾ ਰਹੀ ਸੀ, ਉਹ ਵੀ ਨਾਲ ਹੈ। ਤੇ ਉਹਨਾਂ ਨੇ ਜਾ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਤੇ ਜਦੋਂ ਮੱਥਾ ਟੇਕਿਆ ਤੇ ਸਤਿਗੁਰੂ ਮਹਾਰਾਜ ਦੇ ਮੂੰਹੋਂ ਸੁਭਾਵਕ ਬਚਨ ਨਿਕਲਿਆ, ਆਓ ਰਾਜਕੁਮਾਰ ਜੀ, ਕਿਧਰ ਨੂੰ ਜਾ ਰਹੇ ਹੋ? ਬਸ ਉਹ ਬਚਨ ਕਹਿਣ ਦੀ ਦੇਰ ਸੀ, ਉਸੇ ਵੇਲੇ ਉਹ ਲੜਕੀ ਰਾਜਕੁਮਾਰ ਬਣ ਗਈ। ਇਹ ਗੁਰੂ ਦੇ ਬਚਨਾਂ ਦੀ ਸ਼ਕਤੀ ਹੈ। ਬਹੁਤੇ ਲੋਕ ਤਾਂ ਭਾਵੇਂ ਇਹਨਾਂ ਗੱਲਾਂ ਨੂੰ ਨਾ ਮੰਨਣ, ਪਰ ਬਈ ਜੋ ਕੁਛ ਇਤਿਹਾਸ ਦੇ ਵਿੱਚ ਲਿਖਿਆ ਗਿਆ ਹੈ ਉਹ ਵੀ ਝੂਠ ਨਹੀਂ ਹੋ ਸਕਦਾ, ਕਿਉਂਕਿ ਗੁਰੂ ਮਹਾਰਾਜ ਦੇ ਵਿੱਚ ਸ਼ਕਤੀ ਉਹ ਕੁਛ ਵੀ ਕਰ ਸਕਦੇ ਨੇ। ਕਰਨ ਹਾਰ ਕੋ ਕੁਛ ਅਚਰਜ ਨਾ ਹੈ। ਹਜ਼ੂਰ ਕਹਿੰਦੇ ਨੇ ਅਸੰਖ ਚੋਰ ਹਰਾਮਖੋਰ, ਅਣਗਿਣਤ ਪ੍ਰਕਾਰ ਦੇ ਚੋਰ ਨੇ ਹਰਾਮਖੋਰ, ਤੇ ਜਿਹੜੇ ਹਰਾਮ ਦੀ ਕਮਾਈ ਖਾਂਦੇ ਨੇ। ਕਿਰਤ ਕਰਕੇ ਨਹੀਂ ਖਾਂਦੇ, ਹਰਾਮ ਦੀ ਕਮਾਈ ਖਾਂਦੇ ਨੇ। ਹੁਣ ਚੋਰੀ ਕਰਕੇ ਲੁੱਟਿਆ ਮਾਲ ਖਾਣਾ ਹਰਾਮ ਦੀ ਕਮਾਈ ਹੈ ਨਾ। ਤੇ ਹਜ਼ੂਰ ਕਹਿੰਦੇ ਨੇ ਇਹ ਵੀ ਤਾਂ ਵਾਹਿਗੁਰੂ ਦੀ ਸ੍ਰਿਸ਼ਟੀ ਹੀ ਹੈ। ਮਹਾਂਪੁਰਖ ਦੱਸਦੇ ਸਨ ਭਾਈ ਜਿਹੜੇ ਚੋਰ ਨੇ ਉਹ 3 ਪ੍ਰਕਾਰ ਦੇ ਹੁੰਦੇ ਨੇ। ਇੱਕ ਮਨ ਦੇ ਚੋਰ ਹੁੰਦੇ ਨੇ, ਇੱਕ ਬਾਣੀ ਦੇ ਚੋਰ ਹੁੰਦੇ ਨੇ, ਇੱਕ ਤਨ ਦੇ ਚੋਰ ਹੁੰਦੇ ਨੇ। ਮਨ ਦੇ ਚੋਰ ਉਹ ਨੇ ਵੀ ਜਿਹੜੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ। ਤੇ ਤਸਕਰ ਜੋ ਨਾਮ ਨਾ ਲੇਵੈ ਬਾਸੈ ਕੋਟ ਪਚਾਸਾ, ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਲੈਂਦੇ ਉਹ ਮਨ ਦੇ ਚੋਰ ਨੇ, ਰੱਬ ਦੇ ਚੋਰ ਨੇ। ਦੂਸਰੇ ਬਾਣੀ ਦੇ ਚੋਰ ਨੇ। ਬਾਣੀ ਦੇ ਚੋਰ ਉਹ ਨੇ ਵੀ ਜਿਹੜੇ ਨਿਤਨੇਮ ਨਹੀਂ ਕਰਦੇ, ਗੁਰੂ ਕੋਲੋਂ ਅਰਦਾਸਾਂ ਕਰ ਕਰਕੇ ਸਾਰਾ ਕੁਝ ਮੰਗਦੇ ਨੇ, ਪਰ ਬਾਣੀ ਪੜ੍ਹਨੀ ਉਹਨਾਂ ਲਈ ਔਖੀ ਲੱਗਦੀ। ਉਹ ਬਾਣੀ ਦੇ ਚੋਰ ਨੇ। ਜਿਹੜੇ ਨਾਮ ਨਹੀਂ ਜਪਦੇ ਉਹ ਮਨ ਦੇ ਚੋਰ ਨੇ। ਜਿਹੜੇ ਬਾਣੀ ਨਹੀਂ ਪੜ੍ਹਦੇ ਰਸਨਾ ਤੋਂ ਉਹ ਬਾਣੀ ਦੇ ਚੋਰ ਨੇ। ਤੀਜੇ ਭਾਈ ਤਨ ਦੇ ਚੋਰ ਨੇ, ਵੀ ਜਿਹੜੇ ਸਰੀਰ ਕਰਕੇ ਵੀ ਗੁਰੂ ਮਹਾਰਾਜ ਦੀ ਹਾਜ਼ਰੀ ਨਹੀਂ ਭਰਦੇ, ਸਾਰਾ ਕੁਝ ਲੈਂਦੇ ਨੇ ਤੇ ਪਰ ਫਿਰ ਉਹ ਗੁਰੂ ਮਹਾਰਾਜ ਦਾ ਸ਼ੁਕਰਾਨਾ ਨਹੀਂ ਕਰਦੇ। ਉਹ ਮਨ ਦੇ ਚੋਰ ਨੇ ਜਾਂ ਉਹ ਤਨ ਦੇ ਚੋਰ ਨੇ। ਜਾਂ ਇਉਂ ਵੀ ਇਹ ਵਿਚਾਰ ਮਹਾਂਪੁਰਖ ਕਰਦੇ ਸਨ ਵੀ ਤਨ ਦੇ ਚੋਰ ਉਹ ਨੇ ਜਿਹੜੇ ਸਰੀਰ ਦੇ ਨਾਲ ਕੋਈ ਚੋਰੀ ਕਰਦੇ ਹੈ। ਬਾਣੀ ਦੇ ਚੋਰ ਉਹ ਨੇ ਵੀ ਜਿਹੜੇ ਕੋਈ ਬਾਣੀ ਦੀ ਚੋਰੀ ਕਰਦੇ ਨੇ। ਬਾਣੀ ਦੀ ਚੋਰੀ ਕਿਵੇਂ ਕਰਦੇ ਨੇ? ਆ ਜਿਵੇਂ ਕੋਈ ਦੇਹਧਾਰੀ ਗੁਰੂ ਬਾਣੀ ਦੇ ਸ਼ਬਦ ਲੈ ਕੇ ਤੇ ਫਿਰ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਆਪਣੇ ਮਗਰ ਲਾਉਂਦੇ ਨੇ। ਦੇਖੋ ਜੀ ਬਾਣੀ 'ਚ ਲਿਖਿਆ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਉਹਨਾਂ ਨੂੰ ਪੁੱਛਣ ਵਾਲਾ ਹੋਵੇ ਤੁਹਾਡੇ ਗੁਰੂ ਬਾਰੇ ਲਿਖਿਆ, ਪਰ ਉਹ ਐਸੀ ਚੋਰੀ ਕਰ ਰਹੇ ਨੇ, ਬਾਣੀ ਦੀ ਚੋਰੀ। ਤੇ ਤੀਸਰੇ ਭਾਈ ਮਨ ਦੇ ਚੋਰ ਨੇ, ਵੀ ਜਿਹੜੇ ਮਨ ਦੇ ਵਿੱਚ ਬੁਰੇ ਖਿਆਲ ਕਰਦੇ ਨੇ ਵੀ ਆਪਾਂ ਕਿਸੇ ਦੇ ਮਾਲ ਨੂੰ, ਕਿਸੇ ਦੇ ਧਨ ਨੂੰ ਕਿਵੇਂ ਚੁਰਾਉਣਾ ਹੈ। ਉਹ ਮਨ ਦੇ ਚੋਰ ਹੁੰਦੇ ਨੇ। ਹਜ਼ੂਰ ਕਹਿੰਦੇ ਅਸੰਖ ਚੋਰ, ਇਸ ਤਰ੍ਹਾਂ ਦੇ ਅਣਗਿਣਤ ਪ੍ਰਕਾਰ ਦੇ ਚੋਰ ਨੇ। ਹਰਾਮਖੋਰ ਜਿਹੜੇ ਭਾਈ ਹਰਾਮ ਦੀ ਕਮਾਈ ਖਾਂਦੇ ਹਨ। ਅਸੰਖ ਅਮਰ ਕਰ ਜਾਹੇ ਜੋਰ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੰਖ ਅਮਰ ਕਰ ਜਾਹੇ ਜੋਰ। ਅਣਗਿਣਤ ਇਹੋ ਜਿਹੇ ਵੀ ਲੋਕ ਨੇ
ਵੀ ਜਿਹੜੇ ਆਪਣੇ ਜ਼ੋਰ ਦੇ ਨਾਲ ਹੀ, ਅਮਰ ਦਾ ਅਰਥ ਹੈ ਹੁਕਮ, ਉਹ ਆਪਣਾ ਹੁਕਮ ਕਰਕੇ, ਹਕੂਮਤ ਕਰਕੇ ਇੱਥੋਂ ਚਲੇ ਜਾਂਦੇ ਨੇ। ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਧੱਕੇ ਨਾਲ ਜ਼ੁਲਮ ਦਾ ਰਾਜ ਕਰਦੇ ਨੇ, ਜਿਵੇਂ ਔਰੰਗਜ਼ੇਬ ਨੇ ਕੀਤਾ ਸੀ, ਰਾਵਣ ਨੇ ਤੇ ਕੰਸ ਨੇ ਕੀਤਾ ਸੀ, ਹਰਨਾਕਸ਼ ਨੇ ਕੀਤਾ ਸੀ। ਉਹ ਆਪਣੇ ਜ਼ੋਰ ਦੇ ਨਾਲ ਹੀ ਆਪਣਾ ਹੁਕਮ ਚਲਾ ਕੇ ਚਲੇ ਜਾਂਦੇ ਨੇ। ਜਾਂ ਜਿਵੇਂ ਆਮ ਇੱਕ ਇਹ ਵੀ ਕਹਾਵਤ ਬਣੀ ਹੋਈ ਹੈ ਬਈ ਕਈ ਇਹੋ ਜਿਹੇ ਵੀ ਲੋਕ ਨੇ ਜਿਹੜੇ ਹੇਮੂ ਬਾਣੀਏ ਵਾਂਗੂ ਚੰਮਦੀਆਂ ਚਲਾਉਂਦੇ ਨੇ। ਜਦੋਂ ਉਹਨਾਂ ਦੇ ਹੱਥ ਵਿੱਚ ਕੋਈ ਤਾਕਤ ਆ ਜਾਂਦੀ ਹੈ ਫਿਰ ਉਹ ਮਨ ਮਰਜ਼ੀਆਂ ਕਰਦੇ ਨੇ। ਉਹ ਵੀ ਤਮੋਗੁਣੀ ਸ੍ਰਿਸ਼ਟੀ ਵਿੱਚ ਨੇ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਅਣਗਿਣਤ ਇਹੋ ਜਿਹੇ ਲੋਕ ਨੇ ਵੀ ਜਿਹੜੇ ਵੀ ਜ਼ੋਰ ਦੇ ਨਾਲ ਹੀ, ਧੱਕੇ ਦੇ ਨਾਲ ਹੀ ਆਪਣਾ ਹੁਕਮ ਚਲਾ ਕੇ ਇਥੋਂ ਤੁਰ ਜਾਂਦੇ ਹਨ। ਅਸੰਖ ਗਲ ਵੱਡ ਹੱਤਿਆ ਕਮਾਏ। ਇਹ ਤਾਮਸੀ ਸ੍ਰਿਸ਼ਟੀ ਦਾ ਜ਼ਿਕਰ ਹੋ ਰਿਹਾ ਹੈ। ਹਜ਼ੂਰ ਕਹਿੰਦੇ ਅਣਗਿਣਤ ਇਹੋ ਜਿਹੇ ਲੋਕ ਨੇ ਗਲ ਵੱਡ, ਜਿਹੜੇ ਗਲ ਵੱਢਦੇ ਨੇ। ਇਹਦਾ ਮਤਲਬ ਬਹੁਤ ਸਾਰੇ ਇਹੋ ਜਿਹੇ ਗਲ ਵੱਢ ਦਾ ਅਰਥ ਹੈ ਬੁੱਚੜ ਨੇ, ਕਸਾਈ ਨੇ। ਹੱਤਿਆ ਕਮਾਹੇ ਜਿਹੜੇ ਭਾਈ ਹਮੇਸ਼ਾ ਜੀਵ ਹੱਤਿਆ ਦਾ ਕੰਮ ਹੀ ਕਰਦੇ ਨੇ। ਹੁਣ ਜਿਹੜੇ ਖਾਸ ਕਰਕੇ ਬੁੱਚੜ ਜਾਂ ਕਸਾਈ ਨੇ ਉਹ ਇਹੀ ਕੰਮ ਕਰਦੇ ਨੇ। ਬੁੱਚੜ ਖਾਨਿਆਂ ਵਿੱਚ ਜਾ ਕੇ ਦੇਖੋ, ਆ ਮੀਟ ਫੈਕਟਰੀਆਂ ਨੇ, ਉਹਨਾਂ ਵਿੱਚ ਜਾ ਕੇ ਵੇਖੋ ਕਿੰਨਾ ਪਾਪ ਕਰਦੇ ਨੇ। ਇਹ ਵੀ ਅਣਗਿਣਤੀ ਨੇ। ਅਸੰਖ ਗਲਵੱਡ ਹੱਤਿਆ ਕਮਾਹੇ, ਅਣਗਿਣਤ ਇਹੋ ਜਿਹੇ ਲੋਕ ਨੇ ਬਈ ਜਿਹੜੇ ਗਲਵੱਡ ਦਾ ਅਰਥ ਹੈ ਉਹ ਬੁੱਚੜ ਕਸਾਈ ਲੋਕ ਨੇ। ਹੱਤਿਆ ਕਮਾਹੇ ਜਿਹੜੇ ਭਾਈ ਇਸ ਤਰ੍ਹਾਂ ਹੱਤਿਆ ਦਾ ਪਾਪ ਕਰਦੇ ਹਨ। ਬਹੁਤੇ ਲੋਕ ਤਾਂ ਜੀਵ ਹੱਤਿਆ ਕਰਦੇ ਨੇ, ਪਰ ਕਈ ਇਹੋ ਜਿਹੇ ਵੀ ਲੋਕ ਨੇ ਜਿਹੜੇ ਬੰਦਿਆਂ ਦੇ ਵੀ ਗਲ ਵੱਢ ਦਿੰਦੇ ਨੇ। ਇਹੋ ਜਿਹੇ ਵੀ ਲੋਕ ਨੇ। ਪਰ ਹਜ਼ੂਰ ਕਹਿੰਦੇ ਹੈ ਇਹ ਵੀ ਰੱਬ ਦੀ ਸ੍ਰਿਸ਼ਟੀ ਹੀ ਹੈ। ਅਸੰਖ ਗਲ ਵੱਢ ਹੱਤਿਆ ਕਮਾਹੇ। ਮਹਾਂਪੁਰਖ ਸਦਨੇ ਦੀ ਸਾਖੀ ਸੁਣਾਉਂਦੇ ਸੀ। ਸਦਨਾ ਵੀ ਕਸਾਈ ਸੀ। ਮਹਾਂ ਕਸਾਬ ਛੁਰੀ ਸੱਟ ਪਾਈ। ਔਰ ਕਹਿੰਦੇ ਨੇ ਕੋਈ ਇਸ ਦਾ ਪਿਛਲਾ ਪੂਰਬਲਾ ਕਰਮ ਜਾਗਿਆ, ਇਹਨੂੰ ਕਿਵੇਂ ਭਗਤੀ ਵਾਲੇ ਪਾਸੇ ਲਾਗ ਲੱਗੀ, ਇਹਦੇ ਉੱਤੇ ਮਹਾਂਪੁਰਸ਼ ਸਾਖੀ ਸੁਣਾਉਂਦੇ ਸਨ। ਕਹਿੰਦੇ ਨੇ ਕੋਈ ਸਦਨੇ ਦਾ ਕੋਈ ਖਾਸ ਮਿੱਤਰ ਸੀ ਔਰ ਉਹ ਇੱਕ ਦਿਨ ਸ਼ਾਮ ਦੇ ਵਕਤ ਇਹਦੇ ਕੋਲੋਂ ਮੀਟ ਲੈਣ ਵਾਸਤੇ ਆਇਆ। ਇਹਦੇ ਕੋਲੇ ਮੀਟ ਥੋੜਾ ਸੀ। ਉਹ ਕਹਿਣ ਲੱਗਾ ਸਾਡੇ ਘਰ ਕੋਈ ਖਾਸ ਮਹਿਮਾਨ ਆਏ ਨੇ, ਉਹਨਾਂ ਲਈ ਮੀਟ ਚਾਹੀਦਾ ਹੈ, ਇਸ ਲਈ ਤੈਨੂੰ ਇੱਕ ਸਿਰ ਪੂਰਾ ਮੀਟ ਮੈਨੂੰ ਦੇਣਾ ਚਾਹੀਦਾ। ਉਹ ਕਹਿੰਦਾ ਵੀ ਸਿਰ ਤੋਂ ਤਾਂ ਘੱਟ ਹੋਣਾ ਕੁਛ। ਉਹ ਕਹਿੰਦਾ ਪੂਰਾ ਕਰਕੇ ਦੇ। ਸਦਨੇ ਦੇ ਮਨ ਵਿੱਚ ਖਿਆਲ ਆਇਆ ਚਲੋ ਇਹ ਮੇਰਾ ਮਿੱਤਰ ਹੈ, ਇਹਦੀ ਲੋੜ ਪੂਰੀ ਕਰਨੀ ਚਾਹੀਦੀ ਹੈ। ਇਹਨੇ ਆਪਣੇ ਘਰ ਦੇ ਵਿੱਚ ਜਿਹੜੇ ਇਹੋ ਜਿਹੇ ਕੰਮ ਕਰਦੇ ਉਹ ਪਹਿਲਾਂ ਹੀ ਤਿਆਰੀ ਕਰਕੇ ਰੱਖਦੇ ਨੇ। ਇੱਕ ਉਹ ਬੱਕਰਾ ਪਹਿਲਾਂ ਹੀ ਲਿਆ ਕੇ ਘਰ ਦੇ ਵਿੱਚ ਬੰਨਿਆ ਹੋਇਆ ਸੀ ਵੀ ਉਹਨੂੰ ਸਵੇਰ ਨੂੰ ਉਹਨੇ ਵੱਢਣਾ ਸੀ। ਤੇ ਉਹਨੇ ਸੋਚਿਆ ਵੀ ਹੁਣ ਜੇ ਮੈਂ ਇਹਦਾ ਹੁਣ ਸਿਰ ਵੱਢ ਦਿੱਤਾ ਤੇ ਸਵੇਰ ਤੱਕ ਇਹਦਾ ਮਾਸ ਖਰਾਬ ਹੋ ਜਾਣਾ। ਇਸ ਲਈ ਕੋਈ ਇਹੋ ਜਿਹਾ ਤਰੀਕਾ ਲੱਭੀਏ ਤੇ ਵੀ ਜਿਹਦੇ ਨਾਲ ਮੇਰਾ ਮਿੱਤਰ ਵੀ ਖੁਸ਼ ਹੋ ਜਾਵੇ ਤੇ ਮੇਰਾ ਮਾਸ ਵੀ ਨਾ ਖਰਾਬ ਹੋਵੇ। ਆਖਿਰ ਉਹ ਉਸ ਬੱਕਰੇ ਦੇ ਕੋਲ ਚਲਾ ਗਿਆ। ਉਹਦੇ ਮਨ ਦੇ ਵਿੱਚ ਖਿਆਲ, ਕਿਉਂਕਿ ਬੰਦੇ ਦਾ ਮਨ ਹੀ ਹੈ ਨਾ ਜੋ ਮਰਜ਼ੀ ਜਿਹੋ ਜਿਹੇ ਮਰਜ਼ੀ ਖਿਆਲ ਚੰਗੇ ਮਾੜੇ ਕਰ ਸਕਦਾ। ਉਸਨੇ ਸੋਚਿਆ ਵੀ ਆਪਾਂ ਸਾਰੇ ਬੱਕਰੇ ਨੂੰ ਵੱਢਣ ਦੀ ਥਾਂ ਤੇ ਕਿਉਂ ਨਾ ਆਪਾਂ ਇਸ ਦੀ ਅੰਡਕੋਸ਼ ਹੀ ਵੱਢ ਲਈਏ ਜਾਂ ਇਸ ਦੀ ਟੰਗ ਹੀ ਵੱਢ ਲਈਏ ਤੇ ਉਹ ਆਪਾਂ ਮਿੱਤਰ ਨੂੰ ਦੇ ਦਿਆਂਗੇ, ਉਹ ਖੁਸ਼ ਹੋ ਜਾਵੇਗਾ। ਤੇ ਕਹਿੰਦੇ ਨੇ ਜਦੋਂ ਲੈ ਕੇ ਉਹ ਛੁਰੀ ਕੋਈ ਦਾ ਬੱਕਰੇ ਦੇ ਕੋਲ ਚਲਿਆ ਗਿਆ ਤੇ ਕਹਿੰਦੇ ਨੇ ਉਸ ਵੇਲੇ ਆਕਾਸ਼ਬਾਣੀ ਹੋਈ। ਕੋਈ ਪਰਮੇਸ਼ਰ ਨੇ ਕੋਈ ਐਸੀ ਕਲਾ ਵਰਤਾਈ। ਕਹਿੰਦੇ ਉਹ ਬੱਕਰਾ ਹੱਸਣ ਲੱਗ ਪਿਆ। ਇਹ ਹੈਰਾਨ ਹੋ ਕੇ ਪੁੱਛਣ ਲੱਗਿਆ ਵੀ ਇਹ ਚੁਪਾਇਆ ਪਸ਼ੂ ਹੈ, ਇਹ ਕਿਉਂ ਹੱਸ ਰਿਹਾ ਹੈ ਤੇ ਪਰਮੇਸ਼ਰ ਦਾ ਇਹ ਕੌਤਕ ਸੀ। ਉਹ ਕਹਿੰਦੇ ਜਦੋਂ ਕਿਸੇ ਦੇ ਚੰਗੇ ਦਿਨ ਆਉਂਦੇ ਨੇ ਨਾ, ਕੰਧਾਂ ਵੀ ਉਪਦੇਸ਼ ਦਿੰਦੀਆਂ। ਹੁਣ ਇਹ ਤੇ ਚਲੋ ਬੱਕਰਾ ਸੀ। ਹੁਣ ਜਦੋਂ ਇਸ ਨੂੰ ਮਾਰਨ ਲੱਗਿਆ ਤੇ ਉਹ ਹੱਸਿਆ ਤੇ ਇਹਦੇ ਹੱਥੋਂ ਛੁਰੀ ਡਿੱਗ ਪਈ। ਕਹਿੰਦਾ ਵੀ ਆਹ ਕੀ ਨਵੀਂ ਗੱਲ ਹੋਈ। ਉਹਨੇ ਫਿਰ ਪੁੱਛਿਆ ਵੀ ਤੂੰ ਹੱਸਿਆ ਕਿਉਂ ਹੈ। ਉਹ ਕਹਿੰਦਾ ਹੱਸਿਆ ਮੈਂ ਇਸ ਲਈ ਹਾਂ ਬਈ ਦੇਖ ਪਤਾ ਨਹੀਂ ਕਿੰਨੀ ਵਾਰੀ ਤੂੰ ਮੇਰਾ ਸਿਰ ਵੱਢਿਆ, ਕਿੰਨੀ ਵਾਰੀ ਮੈਂ ਤੇਰਾ ਸਿਰ ਵੱਢਿਆ। ਸਿਰ ਬਦਲੇ ਸਿਰ ਦੇਣਾ ਪੈਂਦਾ। ਗੁਰਬਾਣੀ ਦਾ ਕਥਨ ਹੈ ਜਿਹਾ ਬੀਜਾ ਸੋਲੂਣਾ ਕਰਮਾ ਸੰਦੜਾ ਖੇਤ। ਕਬੀਰ ਹੀਰਾ ਰੋਟੀ ਕਾਰਨੀ ਗਲਾ ਕਟਾਵੇ ਕੌਣ। ਜਿਹੜੇ ਸ਼ਿਕਾਰ ਮਾਰ ਮਾਰ ਕੇ ਕਹਿੰਦੇ ਇਸ ਤੇ ਖਾਣਾ, ਗਲ ਤੇ ਵਢਾਉਣਾ ਪਵੇਗਾ ਉਹਨਾਂ ਨੂੰ ਵੀ। ਇਸ ਲਈ ਇਹ ਆਪਣਾ ਪਤਾ ਨਹੀਂ ਕਿੰਨੇ ਜਨਮਾਂ ਤੋਂ ਲੈ ਕੇ ਅਦਲਾ ਬਦਲਾ ਚੱਲਦਾ ਆ ਰਿਹਾ ਸੀ।
ਤੇ ਪਰ ਉਹ ਬੱਕਰਾ ਕਹਿਣ ਲੱਗਾ, ਅੱਜ ਤੂੰ ਨਵੀਂ ਭਾਜੀ ਪਾਉਣ ਲੱਗਿਆ, ਮੇਰਾ ਇਹ ਕੰਗ ਕੱਟ ਕੇ ਤੂੰ ਆਪਣੇ ਮਿੱਤਰ ਨੂੰ ਖੁਸ਼ ਕਰੇਗਾ, ਮੈਂ ਸਾਰੀ ਰਾਤ ਤੜਫਦਾ ਰਵਾਂਗਾ ਤੇ ਆਉਣਾ ਦਿਨ ਤੇਰੇ ਤੇ ਵੀ ਹੈ। ਇਹ ਤੂੰ ਆਪਦੇ ਬਾਰੇ ਸੋਚ ਲੈ, ਫਿਰ ਤੇਰੇ ਨਾਲ ਕੀ ਭਾ ਉਸ ਵੇਲੇ ਇਹ ਗੱਲ ਵਰਤੇਗੀ। ਜਦੋਂ ਇਹ ਗੱਲ ਕਹਿੰਦੇ ਬੱਕਰੇ ਦੇ ਮੂੰਹੋਂ ਸੁਣੀ, ਉਸੇ ਵੇਲੇ ਇਹਨੇ ਕੰਨਾਂ ਨੂੰ ਹੱਥ ਲਾਏ ਤੇ ਆਪਣਾ ਇੱਕ ਕਸਾਬ ਪੂਣਾ ਛੱਡ ਦਿੱਤਾ ਸੀ। ਮਹਾ ਕਸਾਬ ਛੁਰੀ ਸੱਟ ਪਾਈ। ਬਾਣੀ ਦੀ ਪੰਕਤੀ ਹੈ, ਬਹੁਤ ਵੱਡਾ ਕਸਾਈ ਸੀ, ਬੁੱਚੜ ਸਦਨਾ, ਪਰ ਜਦੋਂ ਇਸ ਨੂੰ ਇਸ ਘਟਨਾ ਨੇ ਟੁੰਬਿਆ, ਇਹਨੇ ਆਪਣਾ ਇਹ ਪਾਪ ਦਾ ਕੰਮ ਛੱਡ ਦਿੱਤਾ ਸੀ। ਕਹਿਣ ਤੋਂ ਭਾਵ ਇਹੋ ਜਿਹੇ ਲੋਕ ਵੀ ਬੇਅੰਤ ਨੇ, ਅਸੰਖ ਗਲ ਵੱਢ ਹੱਤਿਆ ਕਮਾਹੇ। ਜਿਹੜੇ ਅਣਗਿਣਤ ਇਹੋ ਜਿਹੇ ਲੋਕ ਨੇ ਜਿਹੜੇ ਗਲ ਵੱਢ ਬੁੱਚੜ ਨੇ, ਕਸਾਈ ਨੇ, ਉਹ ਜੀਵਾਂ ਨੂੰ ਮਾਰ ਮਾਰ ਕੇ ਉਹਨਾਂ ਦੀ ਹੱਤਿਆ ਕਰਦੇ ਹਨ। ਅਸੰਖ ਪਾਪੀ ਪਾਪ ਕਰ ਜਾਏ। ਹਜ਼ੂਰ ਕਹਿੰਦੇ ਅਣਗਿਣਤ ਹੋਰ ਵੀ ਪਾਪੀ ਲੋਕ ਨੇ, ਪਾਪ ਕਰ ਜਾਏ, ਜਿਹੜੇ ਪਾਪ ਕਰ ਕਰਕੇ ਭਾਈ ਇੱਥੋਂ ਤੁਰ ਜਾਂਦੇ ਹਨ। ਅਸੰਖ ਕੂੜਿਆਰ ਕੂੜੇ ਫਿਰਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਬਹੁਤ ਸਾਰੇ ਕੂੜਿਆਰ ਝੂਠ ਦੇ ਘਰ ਨੇ, ਝੂਠੇ ਲੋਕ ਨੇ, ਕੂੜੇ ਫਿਰਾਏ, ਉਹ ਭਾਈ ਝੂਠ ਬੋਲਦੇ ਹੀ ਫਿਰਦੇ ਨੇ। ਕਈ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਝੂਠ ਦਾ ਹੀ ਠੇਕਾ ਚੁੱਕਿਆ ਹੋਇਆ, ਹਰ ਗੱਲ ਝੂਠ ਹੀ ਝੂਠ ਬੋਲਦੇ ਨੇ। ਕਈ ਭੋਲੇ ਭਾਲੇ ਬੰਦੇ ਵੀ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਨੇ। ਪਰ ਹਜ਼ੂਰ ਕਹਿੰਦੇ ਇਹੋ ਜਿਹੇ ਲੋਕ ਵੀ ਬਹੁਤ ਨੇ, ਬਲਕਿ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ ਵੀ ਇਹ ਕਲਯੁਗ ਦੇ ਵਿੱਚ ਤਾਂ ਕੂੜ ਪ੍ਰਧਾਨ ਹੈ, ਕੂੜ ਫਿਰਿਆ ਪ੍ਰਧਾਨ ਵੇ ਲਾ ਲਓ। ਹੁਣ ਕੋਈ ਵੀ ਬਿਜ਼ਨਸਮੈਨ ਹੈ, ਕੋਈ ਆਪਦਾ ਬਿਜ਼ਨਸ ਕਰਦਾ ਹੈ ਔਰ ਉਹਦੇ ਨਾਲ ਤੁਸੀਂ ਗੱਲਬਾਤ ਕਰਕੇ ਦੇਖੋ, ਉੱਥੇ ਝੂਠ ਦਾ ਹੀ ਸਾਰਾ ਵਪਾਰ ਹੁੰਦਾ ਹੈ। ਇਸੇ ਲਈ ਸਤਿਗੁਰੂ ਮਹਾਰਾਜ ਨੇ ਆਖਿਆ, ਕਹਿੰਦੇ ਝੂਠ ਤੋਂ ਬਿਨਾਂ ਗੱਡੀ ਨਹੀਂ ਚੱਲਦੀ। ਆਹ ਉਹਨਾਂ ਦਾ ਜਵਾਬ ਹੁੰਦਾ। ਹਜ਼ੂਰ ਕਹਿੰਦੇ ਅਣਗਿਣਤ ਉਹ ਲੋਕ ਨੇ ਝੂਠੇ, ਜਿਹੜੇ ਝੂਠ ਹੀ ਬੋਲਦੇ ਫਿਰਦੇ ਨੇ। ਚਲੋ ਕੁਛ ਲੋਕ ਤਾਂ ਉਹ ਨੇ ਨਾ ਜਿਹੜੇ ਆਪਣੇ ਮੁਫਾਦ ਲਈ ਝੂਠ ਬੋਲਦੇ ਨੇ, ਕੁਛ ਇਹੋ ਜਿਹੇ ਵੀ ਲੋਕ ਨੇ ਜਿਹੜੇ ਬਿਨਾਂ ਮਤਲਬ ਤੋਂ ਹੀ ਝੂਠ ਬੋਲਦੇ ਰਹਿੰਦੇ ਨੇ। ਪਰ ਇਹ ਝੂਠ ਬੋਲਣਾ ਚੰਗਾ ਨਹੀਂ ਹੈ। ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਲਿਖਿਆ ਹੈ, ਕੁਫਰ ਗੋ ਕੁਫਰਾਣਾ ਪਿਆ ਦੱਜ ਸੀ। ਕੁਫਰ ਗੋ ਦਾ ਅਰਥ ਹੈ, ਫਾਰਸੀ ਵਿੱਚ ਕੁਫਰ ਝੂਠ ਨੂੰ ਹੀ ਕਹਿੰਦੇ ਨੇ। ਜਿਹੜਾ ਝੂਠ ਬੋਲਣ ਵਾਲਾ ਬੰਦਾ ਹੈ, ਕੁਫਰਾਣਾ ਦਾ ਅਰਥ ਹੈ ਕੁਫਰ ਦਾ ਘਰ ਕੀ ਨਰਕ ਹੈ। ਜਿਹੜਾ ਝੂਠ ਬੋਲਣ ਵਾਲਾ ਬੰਦਾ ਉਹ ਨਰਕ ਵਿੱਚ ਜਾ ਕੇ ਡਿੱਗਦਾ, ਉੱਥੇ ਜਾ ਕੇ ਪਿਆ ਸੜਦਾ ਰਹਿੰਦਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਗੁਰਸਿੱਖਾਂ ਨੂੰ ਝੂਠ ਤੋਂ ਵਰਜਿਆ ਹੈ। ਭਾਈ ਕਦੇ ਝੂਠ ਨਹੀਂ ਬੋਲਣਾ। ਅਸੰਖ ਕੂੜਿਆਰ ਕੂੜੇ ਫਿਰਾਹੇ, ਪਰ ਬਹੁਤ ਸਾਰੇ ਇਹੋ ਜਿਹੇ ਝੂਠੇ ਲੋਕ ਨੇ ਜਿਹੜੇ ਝੂਠ ਹੀ ਬੋਲਦੇ ਫਿਰਦੇ ਨੇ। ਚਲੋ ਵਪਾਰ ਦੇ ਵਿੱਚ ਤਾਂ ਝੂਠ ਬੋਲਣਾ ਹੀ ਬੋਲਣਾ ਹੈ। ਕਈ ਇਹੋ ਜਿਹੇ ਵੀ ਲੋਕ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦਾ ਵੀ ਭੈ ਨਹੀਂ ਹੁੰਦਾ, ਉਹ ਗੁਰੂ ਦੀ ਹਜ਼ੂਰੀ ਵਿੱਚ ਵੀ ਝੂਠ ਬੋਲੀ ਜਾਂਦੇ ਨੇ। ਇਹੋ ਜਿਹੇ ਵੀ ਲੋਕ ਨੇ। ਪਰ ਹਜ਼ੂਰ ਕਹਿੰਦੇ ਨੇ ਅਸੰਖ ਕੂੜਿਆਰ ਕੂੜੇ ਫਿਰਾਹੇ, ਅਣਗਿਣਤ ਇਹੋ ਜਿਹੇ ਲੋਕ ਨੇ ਭਾਈ ਜਿਹੜੇ ਝੂਠ ਬੋਲਦੇ ਨੇ ਤੇ ਝੂਠ ਬੋਲ ਕੇ ਤੇ ਹਮੇਸ਼ਾ ਲਈ ਝੂਠ ਦੇ ਮਗਰ ਹੀ ਉਹ ਤੁਰੇ ਫਿਰਦੇ ਹਨ। ਅਸੰਖ ਮਲੇਸ਼ ਮਲ ਭਖ ਖਾਏ। ਹਜ਼ੂਰ ਕਹਿੰਦੇ ਨੇ ਅਸੰਖ ਮਲੇਸ਼, ਅਣਗਿਣਤ ਮਲੇਸ਼ ਲੋਕ ਨੇ। ਮਲੇਸ਼ ਕਹਿੰਦੇ ਨੇ ਜਿਹਨੂੰ ਮਲ ਦੀ ਇੱਛਾ ਹੋਵੇ, ਭੈੜੀ ਇੱਛਾ ਹੋਵੇ। ਅਸੰਖ ਮਲੇਸ਼, ਅਸੰਖ ਇਹੋ ਜਿਹੇ ਮਲੇਸ਼ ਨੇ। ਮਲ ਭਖ ਖਾਹੇ, ਕਹਿੰਦੇ ਜਿਹੜੇ ਮੈਲ ਨੂੰ ਹੀ ਖਾਂਦੇ ਨੇ। ਜਾਂ ਮਲ ਭਖ ਖਾਹੇ, ਭਖ ਦਾ ਅਰਥ ਵੀ ਖਾਣਾ ਹੈ ਤੇ ਖਾਹੇ ਦਾ ਅਰਥ ਵੀ ਖਾਣਾ ਹੈ। ਇਹ ਮਲ ਭਖ ਖਾਹੇ ਦਾ ਅਰਥ ਇਹ ਮਹਾਂਪੁਰ ਕਰਦੇ ਸਨ ਵੀ ਮਲ ਪੱਖੀ, ਜਿਹੜੇ ਮਲ ਪੱਖੀ ਜੋ ਆਇਆ ਬਸ ਸ਼ਕੀ ਸ਼ਕਾਈ ਜਾਂਦੇ ਨੇ, ਕੋਈ ਪਰਹੇਜ਼ ਨਹੀਂ। ਜਿਵੇਂ ਕਈ ਲੋਕ ਇਹੋ ਜਿਹੇ ਨੇ, ਜਿਵੇਂ ਉਹ ਨਰਕ ਧਾਰੀਏ ਨੇ, ਕਹਿੰਦੇ ਚਾਹੇ ਗਊ ਦਾ ਮਾਸ ਹੋਵੇ ਚਾਹੇ ਸੂਰ ਦਾ ਮਾਸ ਹੋਵੇ, ਕੋਈ ਪਾਪ ਨਹੀਂ, ਛਕੀ ਚੱਲੋ, ਸ਼ਰਾਬ ਪੀ ਲਓ, ਚਾਹੇ ਕੁਛ ਕਰ ਲਓ, ਸਭ ਕੁਝ ਠੀਕ ਹੀ ਹੈ, ਖਾਣਾ ਪੀਣਾ ਪਵਿੱਤਰ ਹੈ। ਇਹੋ ਜਿਹੀਆਂ ਗੱਲਾਂ ਕਰਦੇ ਨੇ। ਹਜ਼ੂਰ ਕਹਿੰਦੇ ਨੇ ਅਸੰਖ ਮਲੇਸ਼ ਮਲ ਭਖ ਖਾਏ, ਅਣਗਿਣਤ ਇਹੋ ਜਿਹੇ ਮਲੇਸ਼ ਨੇ ਮਲ ਪੱਖੀ, ਔਰ ਉਹ ਮਲ ਹੀ ਖਾਂਦੇ ਨੇ, ਪਾਪ ਭੈੜੀਆਂ ਚੀਜ਼ਾਂ ਨਖਿਤ ਚੀਜ਼ਾਂ ਹੀ ਖਾਂਦੇ ਨੇ। ਤੇ ਕਈ ਇਹੋ ਜਿਹੇ ਵੀ ਨੇ ਜਿਹੜੇ ਆ ਗੰਦਗੀ ਦੇ ਕੀੜੇ ਮਕੌੜੇ ਹੋਰ ਪਤਾ ਨਹੀਂ ਕੀ ਕੀ ਕੁਛ ਲੋਕ ਖਾਈ ਜਾਂਦੇ ਹਨ। ਅਸੰਖ ਨਿੰਦਕ ਸਿਰ ਕਰੇ ਭਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਣਗਿਣਤ ਇਹੋ ਜਿਹੇ ਨਿੰਦਕ ਲੋਕ ਨੇ ਜਿਹੜੇ ਭਾਈ
ਨਿੰਦਿਆ ਕਰ ਕਰਕੇ ਸਿਰ ਕਰਹਿ ਭਾਰ, ਸਿਰ ਤੇ ਅਣਹੋਇਆ ਭਾਰ ਚੁੱਕੀ ਜਾਂਦੇ ਨੇ। ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਅਣਹੋਂਦਾ ਭਾਰ ਨਿੰਦਕ ਸਿਰ ਧਰੈ, ਵੀ ਨਿੰਦਕ ਨਿੰਦਿਆ ਕਰਕੇ ਦੂਸਰੇ ਦਾ ਭਾਰ ਆਪਣੇ ਸਿਰ ਤੇ ਚੁੱਕਦਾ। ਇਸੇ ਲਈ ਤਾਂ ਸਤਿਗੁਰੂ ਨੇ ਸਿੱਖਾਂ ਨੂੰ ਇਸ ਕੰਮ ਤੋਂ ਵਰਜਿਆ ਹੈ। ਨਿੰਦਾ ਭਲੀ ਕਿਸੈ ਕੀ ਨਾਹੀਂ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿਨਾ ਨਿੰਦਕਾਂ ਨਰਕੇ ਘੋਰ ਪਵਨ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਅਸੀਂ ਜਦੋਂ ਕਿਸੇ ਦੀ ਕੋਈ ਗੱਲ ਕਰਦੇ ਹਾਂ ਨਾ, ਜੇ ਤਾਂ ਸੱਚੀ ਗੱਲ ਹੈ, ਸੱਚੀ ਗੱਲ ਕਹਿ ਦਈਏ, ਉਹ ਨਿੰਦਿਆ ਨਹੀਂ। ਜੇ ਝੂਠੀ ਗੱਲ, ਕਿਸੇ ਝੂਠੀ ਤੋਹਮਤ ਲਾਉਣੇ, ਉਹਨੂੰ ਨਿੰਦਿਆ ਕਹਿੰਦੇ ਨੇ। ਜੇ ਹੁਣ ਭੇਡ ਨੂੰ ਭੇਡ ਕਹਿ ਦਿਓ, ਕੋਈ ਨਿੰਦਿਆ ਨਹੀਂ। ਗਧੇ ਨੂੰ ਗਧਾ ਕਹਿ ਦਿਓ, ਕੋਈ ਨਿੰਦਿਆ ਨਹੀਂ। ਪਰ ਜਦੋਂ ਤੁਸੀਂ ਗਾਂ ਨੂੰ ਆਖੋ ਵੀ ਇਹ ਤਾਂ ਭੇਡ ਹੈ, ਇਹ ਉਸ ਦੀ ਤੌਹੀਨ ਹੈ। ਤੁਸੀਂ ਸ਼ੇਰ ਨੂੰ ਆਖੋ ਇਹ ਤੇ ਕੁੱਤਾ ਹੈ, ਇਹ ਉਸ ਦੀ ਤੌਹੀਨ ਹੈ। ਝੂਠਾ ਦੋਸ਼ ਆਰੋਪਣਾ ਇਹਨੂੰ ਨਿੰਦਿਆ ਕਹਿੰਦੇ ਨੇ। ਝੂਠਾ ਦੋਸ਼ ਨਹੀਂ ਕਿਸੇ ਤੇ ਆਰੋਪਣਾ ਚਾਹੀਦਾ। ਪਰ ਇਹੋ ਜਿਹੇ ਅਣਗਿਣਤ ਨਿੰਦਕ ਲੋਕ ਨੇ ਭਾਈ, ਜਿਹੜੇ ਨਿੰਦਿਆ ਕਰਦੇ ਨੇ, ਸਿਰ ਉੱਤੇ ਅਣਹੋਇਆ ਭਾਰ ਚੁੱਕਦੇ ਹਨ। ਨਾਨਕ ਨੀਚ ਕਹੈ ਵਿਚਾਰ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਨੀਚ। ਇਹ ਗੁਰੂ ਮਹਾਰਾਜ ਦਾ, ਨਾਨਕ ਦਾ ਵਿਸ਼ੇਸ਼ਣ ਨੀਚ ਹੈ। ਨਿਮਰਤਾ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਨੀਚ ਕਹਿੰਦੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਘਰ ਹੈ ਹੀ ਨੀਵਿਆਂ ਦਾ ਘਰ ਹੈ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆਰੀਸ। ਨਾਨਕ ਨੀਚ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਮੈਂ ਇਹ ਜਿਹੜੀ ਨੀਚ ਸ੍ਰਿਸ਼ਟੀ ਹੈ, ਤਮੋ ਗੁਣੀ ਸ੍ਰਿਸ਼ਟੀ, ਮੈਂ ਉਹਦਾ ਵਿਚਾਰ ਆਖਿਆ ਹੈ। ਵਾਰਿਆ ਨਾ ਜਾਵਾ ਇੱਕ ਵਾਰ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ, ਤੇਰੀ ਸ੍ਰਿਸ਼ਟੀ ਬੇਅੰਤ ਹੈ, ਤੇਰੀ ਮਹਿਮਾ ਵੀ ਅਪਰੰਪਾਰ ਹੈ। ਵਾਰਿਆ ਨਾ ਜਾਵਾ ਇੱਕ ਵਾਰ। ਮੈਂ ਇੱਕ ਵਾਰ ਦਾ ਅਰਥ ਹੈ ਵਾਲ ਮਾਤਰ ਵੀ ਤੇਰੀ ਮਹਿਮਾ ਨੂੰ ਵਾਰਿਆ ਨਾ ਜਾਵਾ, ਬਿਆਨ ਨਹੀਂ ਕਰ ਸਕਦਾ, ਉਚਾਰਨ ਨਹੀਂ ਕਰ ਸਕਦਾ। ਤੇਰੀ ਮਹਿਮਾ ਬੇਅੰਤ ਹੈ। ਅਥਵਾ ਵਾਰਿਆ ਨਾ ਜਾਵਾ ਇੱਕ ਵਾਰ। ਹੇ ਵਾਹਿਗੁਰੂ, ਮੈਂ ਇੱਕੋ ਵਾਰ ਹੀ ਵਾਰਿਆ ਨਾ ਜਾਵਾ, ਤੇਥੋਂ ਬਲਿਹਾਰ ਨਹੀਂ ਜਾਂਦਾ, ਬਲਕਿ ਮੈਂ ਤੇ ਹਮੇਸ਼ਾ ਲਈ ਤੇਥੋਂ ਬਲਿਹਾਰ ਜਾਣਾ ਹਾਂ। ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਗੁਰੂ ਤੋਂ ਤਾਂ ਹਮੇਸ਼ਾ ਲਈ ਬਲਿਹਾਰ ਨੇ, ਵਾਰ ਨੇ ਜਾਣਾ ਹੀ ਚਾਹੀਦਾ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਜੋ ਤੈਨੂੰ ਪਾਉਂਦਾ ਹੈ, ਸਾਈ ਭਲੀ ਕਾਰ, ਸਾਨੂੰ ਉਹੀ ਭਲੀ ਕਾਰ ਜਾਪਦੀ ਹੈ। ਜੋ ਵਾਹਿਗੁਰੂ ਕਰਦਾ ਹੈ, ਉਹ ਸਾਡੇ ਲਈ ਭਲੀ ਕਰਦਾ ਹੈ। ਕਦੇ ਵੀ ਵਾਹਿਗੁਰੂ ਦੀ ਕੀਤੀ ਨੂੰ ਨਿੰਦਣਾ ਨਹੀਂ ਚਾਹੀਦਾ। ਕਿਉਂਕਿ ਸਾਡਾ ਸੁਭਾਵ ਹੈ, ਜੇ ਤੇ ਪਰਮੇਸ਼ਰ ਕੋਈ ਚੰਗਾ ਕੰਮ ਸਾਡੇ ਅਨੁਕੂਲ ਕਰਦੇ ਵੀ ਅਸੀਂ ਖੁਸ਼ ਹੁੰਦੇ ਹਾਂ। ਜੇ ਕੋਈ ਮਾੜਾ ਜਿਹਾ ਦੂਜੇ ਦੇ ਹੱਕ ਵਿੱਚ ਹੋ ਜਾਂਦਾ ਹੈ, ਫਿਰ ਅਸੀਂ ਉਲਾਮੇ ਦੇਣ ਲੱਗ ਜਾਂਦੇ, ਗਿਲੇ ਸ਼ਿਕਵੇ ਕਰਨ ਲੱਗ ਜਾਂਦੇ ਹਾਂ। ਪਰ ਹਜ਼ੂਰ ਕਹਿੰਦੇ, ਆਪਦਾ ਜਿਗਰਾ ਵੱਡਾ ਰੱਖਣਾ ਚਾਹੀਦਾ ਹੈ। ਜੋ ਵਾਹਿਗੁਰੂ ਕਰਦਾ ਹੈ, ਉਹ ਭਲੀ ਹੀ ਕਰਦਾ ਹੈ, ਉਹਦੇ ਵਿੱਚ ਵੀ ਸਾਡਾ ਭਲਾ ਹੀ ਹੁੰਦਾ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਨਿਰੰਕਾਰ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਦਾ ਸਲਾਮਤ, ਤੂੰ ਹਮੇਸ਼ਾ ਲਈ ਸਲਾਮਤ ਰਹਿਣ ਵਾਲਾ ਹੈ, ਤੂੰ ਹਮੇਸ਼ਾ ਲਈ ਸਥਿਰ ਰਹਿਣ ਵਾਲਾ ਹੈ। ਕਿਉਂਕਿ ਜਿਹੜਾ ਨਿਰੰਕਾਰ ਸ਼ਬਦ ਹੈ ਨਾ, ਨਿਰੰਕਾਰ ਜਿਸ ਦਾ ਕੋਈ ਆਕਾਰ ਨਹੀਂ, ਉਹ ਐਸੀ ਵਾਹਿਗੁਰੂ ਪਰਮੇਸ਼ਰ ਦੀ ਆਪਣੀ ਇੱਕ ਸ਼ਕਤੀ ਹੈ, ਇੱਕ ਆਪਣੀ ਹਸਤੀ ਹੈ, ਜਿਸ ਦਾ ਕੋਈ ਆਕਾਰ ਨਹੀਂ ਦੱਸ ਸਕਦਾ, ਔਰ ਉਹ ਹਮੇਸ਼ਾ ਲਈ ਸਥਿਰ ਰਹਿਣ ਵਾਲੀ ਹੈ। ਤੇ ਜੇ ਆਪਾਂ ਉਸ ਅਕਾਲ ਪੁਰਖ ਨੂੰ ਆਕਾਰਧਾਰੀ ਮੰਨ ਲਈਏ, ਤੇ ਆਕਾਰ ਤੇ ਨਾਸਵੰਤ ਹੈ, ਉਹਨੇ ਤਾਂ ਇੱਕ ਦਿਨ ਨਾਸ ਹੋਣਾ ਹੀ ਹੋਣਾ ਹੈ। ਇਸੇ ਲਈ ਹਜ਼ੂਰ ਕਹਿੰਦੇ, ਹੇ ਨਿਰੰਕਾਰ, ਹੇ ਵਾਹਿਗੁਰੂ, ਤੂੰ ਹਮੇਸ਼ਾ ਸਥਿਰ ਰਹਿਣ ਵਾਲਾ ਹੈ। ਬਾਕੀ ਤੇ ਸਭ ਦੁਨੀਆ ਆਪੋ ਆਪਣੇ ਸਮੇਂ ਨਾਸ ਹੁੰਦੀ ਹੈ। ਸਰੀਰ ਵੀ ਨਾਸ ਹੁੰਦੇ ਨੇ, ਜੀਵ ਵੀ ਨਾਸ ਹੁੰਦੇ ਨੇ, ਪਦਾਰਥ ਵੀ ਨਾਸ ਹੁੰਦੇ ਨੇ, ਪਰ ਵਾਹਿਗੁਰੂ ਹਮੇਸ਼ਾ ਲਈ ਰਹਿਣ ਵਾਲਾ ਹੈ। ਸੋ ਪਾਤਸ਼ਾਹੋ ਸਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਉਹ ਵਾਹਿਗੁਰੂ ਹਮੇਸ਼ਾ ਲਈ ਰਹਿਣ ਵਾਲਾ ਹੈ। ਇਸ ਲਈ ਸਤਿਗੁਰੂ ਕਹਿੰਦੇ ਨੇ, ਉਸ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਸਾਨੂੰ ਰਹਿਣਾ ਚਾਹੀਦਾ ਹੈ। ਜੋ ਵਾਹਿਗੁਰੂ ਕਰਦਾ ਹੈ, ਉਹੀ ਸਾਡੇ ਲਈ ਭਲੀ ਕਾਰ ਹੈ, ਔਰ ਉਹਦੀ ਰੱਬ ਦੀ ਰਜ਼ਾ ਦੇ ਵਿੱਚ ਹੀ ਸਾਨੂੰ ਖੁਸ਼ ਰਹਿਣਾ ਚਾਹੀਦਾ। ਕਦੇ ਵੀ ਇਹ ਨਾ ਸੋਚੋ
ਵੀ ਜੇ ਥੋੜਾ ਜਿਹਾ ਸਾਡੀ ਇੱਛਾ ਦੇ ਕੋਈ ਪ੍ਰਤੀਕੂਲ ਗੱਲ ਹੁੰਦੀ ਹੈ ਵੀ ਸ਼ਾਇਦ ਇਹਦੇ ਵਿੱਚ ਕੋਈ ਸਾਡਾ ਨੁਕਸਾਨ ਹੋ ਰਿਹਾ, ਨਹੀਂ, ਉਹਦੇ ਵਿੱਚ ਵੀ ਕੋਈ ਭਲਾ ਹੀ ਹੁੰਦਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਵਾਹਿਗੁਰੂ ਕਿਸੇ ਬਾਰੇ ਬੁਰਾ ਨਹੀਂ ਕਰਦਾ। ਕੋਈ ਮਾਂ ਆਪਣੇ ਪੁੱਤਰ ਲਈ ਕਦੀ ਬੁਰਾ ਕਰ ਸਕਦੀ ਹੈ? ਇਸੇ ਲਈ ਉਹ ਵਾਹਿਗੁਰੂ ਪਰਮੇਸ਼ਰ ਮਾਂ ਬਾਪ ਹੈ ਸਾਡਾ, ਉਹ ਸਾਡਾ ਕਦੇ ਵੀ ਬੁਰਾ ਨਹੀਂ ਸੋਚ ਸਕਦਾ। ਇਸ ਲਈ ਸਾਨੂੰ ਉਹਦੇ ਭਾਣੇ ਵਿੱਚ, ਉਹਦੀ ਰਜ਼ਾ ਦੇ ਵਿੱਚ ਹੀ ਖੁਸ਼ ਹੋ ਕੇ ਚੱਲਣਾ ਚਾਹੀਦਾ ਹੈ। ਇਹ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਉਪਦੇਸ਼। ਸਤਿਗੁਰੂ ਨੇ ਇਸ ਪੌੜੀ ਦੇ ਵਿੱਚ ਤਾਮਸੀ ਸ੍ਰਿਸ਼ਟੀ ਦਾ ਜ਼ਿਕਰ ਕੀਤਾ ਹੈ। ਸਤਿਗੁਰੂ ਮਿਹਰ ਕਰਨ, ਜੋ ਸਿੱਖਿਆ ਸਤਿਗੁਰੂ ਨੇ ਸਾਨੂੰ ਬਖਸ਼ੀ ਹੈ ਤੇ ਆਪਾਂ ਪਾਈ ਮਾੜੇ ਕੰਮਾਂ ਨੂੰ ਛੱਡਣਾ, ਚੰਗੇ ਕੰਮਾਂ ਨੂੰ ਅਖਤਿਆਰ ਕਰਨਾ ਹੈ। ਫਰੀਦਾ ਜਿੰਨੀ ਕੰਮੇ ਨਾਹੇ ਗੁਣ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀਵੀਂ ਸਾਈਂ ਦਾ ਦਰਬਾਰ। ਇਹੀ ਸਿੱਖਿਆ ਸਾਨੂੰ ਸਤਿਗੁਰੂ ਤੋਂ ਪ੍ਰਾਪਤ ਹੋਈ ਹੈ। ਸਤਿਗੁਰੂ ਮਿਹਰ ਕਰਨ, ਇਹ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ। ਭੁੱਲਾਂ ਚੁੱਕਾਂ ਸੰਗਤ ਨੇ ਖਿਮਾ ਕਰਨੀਆਂ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।